ਸ਼ਬਦ ਬ੍ਰਹਮ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ, ਅੱਜ ਦਾ ਇਲਾਹੀ ਫਰਮਾਨ ਜੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਜ਼ਾਹਿਰ ਪੀਰ ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰੋਂ ਕਰੋਂ ਵਰਸਾਏ ਹੋਏ ਮਹਾਂਪੁਰਸ਼ ਬਾਬਾ ਰਵਿਦਾਸ ਜੀ ਦੇ ਅੰਮ੍ਰਿਤ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ। ਇਸ ਸ਼ਬਦ ਦੇ ਅੰਦਰ ਜਿਵੇਂ ਆਪਾਂ 2 ਦਿਨ ਤੋਂ ਵਿਚਾਰ ਕਰਦੇ ਆ ਰਹੇ ਹਾਂ, ਉਹਨੂੰ ਹੀ ਐਕਸਪਲੇਨ ਕਰਦਿਆਂ ਹੋਇਆਂ ਕਿ ਅਕਾਲ ਪੁਰਖ ਵਾਹਿਗੁਰੂ ਕਿਵੇਂ ਸਾਡੇ ਸਾਰਿਆਂ ਦੇ ਕੋਲ ਹੈ, ਜਿਹਦਾ ਕਨਕਲੂਜ਼ਨ ਵੀ ਹੱਥ ਤੋਂ ਵੀ ਨੇੜੇ ਹੈ। ਜਦੋਂ ਸਾਡੇ ਸਰੀਰ ਦੇ ਉੱਤੇ ਕੋਈ ਸੱਟ ਵੱਜੇ, ਕਿਧਰੇ ਪੀੜ ਹੋਵੇ, ਇੱਕਦਮ ਬੰਦੇ ਦਾ ਹੱਥ ਉੱਤੇ ਚਲਾ ਜਾਂਦਾ। ਪਰ ਅਕਾਲ ਪੁਰਖ ਵਾਹਿਗੁਰੂ ਦਾ ਜੋ ਕਨਸੈਪਟ ਗੁਰੂ ਸਾਹਿਬ ਜੀ ਨੇ ਦਿੱਤਾ ਹੈ, ਜੋ ਗੋਡ ਐਂਟੀਟੀ ਗੁਰੂ ਸਾਹਿਬ ਜੀ ਨੇ ਸਾਡੇ ਸਾਹਮਣੇ ਇੰਟਰੋਡਿਊਸ ਕੀਤਾ, ਅਕਾਲ ਪੁਰਖ ਵਾਹਿਗੁਰੂ ਦਾ ਸਰੂਪ, ਉਹ ਅਸਲ ਦੇ ਵਿੱਚ ਸਾਨੂੰ ਸੱਟ ਲੱਗਣ ਤੋਂ ਵੀ ਪਹਿਲਾਂ ਜਿਹੜਾ ਉੱਥੇ ਹਾਜ਼ਰ ਹੋ ਕੇ ਅਵੇਅਰ ਕਰ ਦਿੰਦਾ, ਅੰਦਰੋਂ ਅਸਲ ਦੇ ਵਿੱਚ ਸਟੇਬਿਲਿਟੀ ਦੇ ਦਿੰਦਾ। ਜਾਂ ਇਸ ਤਰ੍ਹਾਂ ਕਹਿ ਲਓ ਵੀ ਜਿੱਥੇ ਭਗਤ ਰਵਿਦਾਸ ਜੀ ਗੱਲ ਜਾ ਕੇ ਕਰ ਰਹੇ ਨੇ, ਭਗਤ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਅਪਣਾ ਕੇ ਉਸ ਵਾਹਿਗੁਰੂ ਜੀ ਦਾ ਰੂਪ ਹੋ ਨਿਪੜਦਾ ਹੈ। ਜਿਵੇਂ ਅੱਜ ਦਾ ਦਿਹਾੜਾ ਹੈ ਤੇ ਬਾਬਾ ਬੁੱਢਾ ਜੀ ਜਿਹੜੇ ਬੜੇ ਸਤਿਕਾਰਯੋਗ ਸ਼ਖਸੀਅਤ ਨੇ ਸਿੱਖ ਕੌਮ ਦੀ, ਉਹਨਾਂ ਦੇ ਪਾਵਨ ਜੀਵਨ ਨੂੰ ਵੀ ਸਮਰਪਿਤ ਹੋ ਕੇ ਆਪਾਂ ਜੋੜ ਮੇਲਾ ਉਹਨਾਂ ਦੇ ਸੰਬੰਧਿਤ ਵੀ ਮਨਾ ਰਹੇ ਹਾਂ। ਜਿਵੇਂ ਭਗਤ ਦੇ ਬਾਰੇ ਜ਼ਿਕਰ ਹੈ ਵੀ ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ। ਇੱਕ ਦਿਨ ਜਦੋਂ ਸਿੱਖ ਵੀ ਕੋਈ ਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਪੂਰਨ ਤੌਰ ਤੇ ਅਪਣਾ ਲੈਂਦਾ ਹੈ ਤੇ ਉਹ ਇਸ ਅਵਸਥਾ ਤੇ ਪਹੁੰਚ ਜਾਂਦਾ ਹੈ ਜਿੱਥੇ ਜਾ ਕੇ ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰੂ ਉਪਦੇਸ਼ ਚਲਾਏ। ਗੁਰੂ ਤੇ ਸਿੱਖ ਦੇ ਵਿੱਚ, ਰੱਬ ਤੇ ਉਹਦੇ ਸੇਵਕ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ। ਅਸਲ ਦੇ ਵਿੱਚ ਸਾਡਾ ਇੱਥੇ ਆਉਣਾ ਹੀ ਇਸ ਲਈ ਹੋਇਆ, ਗੁਰੂ ਸਾਹਿਬ ਜੀ ਨੇ ਜੋ ਬਾਣੀ ਦੇ ਅੰਦਰ ਜ਼ਿਕਰ ਕੀਤਾ ਨਾ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਉਹ ਜਿਹੜੀ ਸਾਨੂੰ ਵਾਰੀ ਮਿਲੀ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਵਾਸਤੇ ਮਿਲੀ ਹੈ। ਤੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਅਸੀਂ ਕਿਧਰੋਂ ਬਾਹਰੋਂ ਨਹੀਂ ਲੱਭਣਾ, ਅਸਲ ਦੇ ਵਿੱਚ ਅੰਦਰ ਹੈ। ਤੇ ਸਿੱਖ ਨੇ ਜੀਵਨ ਦੇ ਵਿੱਚ, ਇਹ ਲੈਂਗੁਏਜ ਸ਼ਾਇਦ ਜਿਹੜੇ ਸ਼ਬਦ ਮੈਂ ਵਰਤਣ ਲੱਗਾ ਅਜੀਬ ਲੱਗਣ, ਸਿੱਖ ਨੇ ਭਗਤੀ ਕਰਕੇ ਰੱਬ ਦਾ ਰੂਪ ਹੀ ਹੋਣਾ ਹੈ ਜੀਵਨ ਦੇ ਵਿੱਚ, ਜਾਂ ਇਸ ਤਰ੍ਹਾਂ ਕਹ ਲਈਏ ਰੱਬ ਹੀ ਬਣਨਾ ਹੈ, ਜਿਹਨੂੰ ਗੁਰੂ ਸਾਹਿਬ ਜੀ ਦੀ ਬਾਣੀ ਨੇ ਕਿਧਰੇ, ਕਿਉਂਕਿ ਵਾਹ ਬਾਣੀ ਨਿਰੰਕਾਰ ਹੈ, ਬਾਣੀ ਵੀ ਨਿਰੰਕਾਰ ਦਾ ਰੂਪ ਹੈ। ਸਤਿਗੁਰ ਕੀ ਬਾਣੀ ਸੱਚੀ ਹੈ, ਗੁਰਬਾਣੀ ਬਣੀਆਂ, ਉਹਦਾ ਰੂਪ ਹੀ ਬਣਨਾ ਹੈ। ਤੇ ਇਸ ਕਰਕੇ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਰੱਬ ਦਾ ਰੂਪ ਬਣਨ ਦੇ ਲਈ, ਸੱਚ ਦਾ ਸਰੂਪ ਬਣਨ ਦੇ ਲਈ, ਸਾਨੂੰ ਗੁਰਬਾਣੀ ਵਰਗੇ ਬਣਨ ਦੇ ਲਈ ਪ੍ਰੇਰਨਾ ਕੀਤੀ ਹੈ। ਤੇ ਜਦੋਂ ਇਹੋ ਜਿਹੇ ਮਹਾਨ ਸ਼ਖਸੀਅਤਾਂ ਦਾ ਜੀਵਨ ਤੋਂ ਅਸੀਂ ਸੇਧ ਲੈਂਦੇ ਹਾਂ, ਤੇ ਅੱਜ ਜਿਵੇਂ ਭਗਤ ਰਵਿਦਾਸ ਜੀ ਦੇ ਸ਼ਬਦ ਤੋਂ ਆਪਾਂ ਕਿਉਂਕਿ ਆਧਾਰ ਬਣਾਇਆ, ਤੇ ਇਹਦੀਆਂ ਰਹਾਉ ਦੀਆਂ ਤੁਕਾਂ ਨੇ, ਮਾਧ ਵੇ ਕਿਆ ਕਹੀਐ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਕਿ ਹੇ ਮਾਇਆ ਦੇ ਪਤੀ ਅਕਾਲ ਪੁਰਖ ਵਾਹਿਗੁਰੂ, ਕੀ ਕਰੀਏ, ਜੀਵਨ ਦੇ ਵਿੱਚ ਇਹੋ ਜਿਹਾ ਭਰਮ ਹੈ ਕਿ ਇਹ ਮਟੀਰੀਅਲਿਸਟਿਕ ਅਪਰੋਚ ਦੇ ਨਾਲ ਮੈਂ ਜਦੋਂ ਸੰਸਾਰ ਨੂੰ ਵੇਖਣਾ, ਤੇ ਉਹਦੇ ਪ੍ਰਤੀ ਆਪਣੀ ਆਪਣੀ ਹਰ ਬੰਦੇ ਨੇ ਮਾਨਸਿਕ ਸਥਿਤੀ ਦੇ ਮੁਤਾਬਕ, ਜਾਂ ਜੋ ਉਹਨੂੰ ਬਾਹਰੋਂ ਨੌਲੇਜ ਮਿਲਿਆ, ਪਰਿਭਾਸ਼ਾ ਨੋਸ਼ਨ ਬਣਾ ਲਿਆ ਹੋਇਆ।
ਤੇ ਇੱਕ ਇਲੂਜ਼ਨਰੀ ਵਰਲਡ ਸਿਰਜ ਲਿਆ ਆਪਣਾ ਆਪਣਾ। ਤੇ ਜੋ ਅਸਲੀਅਤ ਦੇ ਵਿੱਚ ਹਕੀਕਤ ਤੋਂ ਦੂਰ ਹੈ, ਜੋ ਉਹਦੇ ਬਾਰੇ ਮੰਨਿਆ ਜਾਂਦਾ ਹੈ, ਉਹ ਹੈ ਨਹੀਂ। ਤੇ ਇਹ ਸਾਰੇ ਭਰਮ ਦੇ ਪਰਦੇ ਖੋਲ ਕੇ ਨਾ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਅੰਦਰੋਂ ਪ੍ਰਗਟ ਕਰਨਾ ਹੈ। ਤੇ ਭਰਮ ਕੇ ਪਰਦੇ ਸਤਿਗੁਰ ਖੋਲੇ, ਗੁਰੂ ਸਾਹਿਬ ਜੀ ਨੇ ਖੋਲ੍ਹਣੇ ਨੇ। ਇਸ ਲਈ ਸਾਡੀ ਜ਼ਿੰਦਗੀ ਦਾ ਮਕਸਦ ਹੈ ਅਕਾਲ ਪੁਰਖ ਵਾਹਿਗੁਰੂ ਦੇ ਵਰਗਾ ਹੋਣਾ। ਸਰਦਾਰ ਕਪੂਰ ਸਿੰਘ ਜੀ ਨੇ ਇੱਕ ਕਿਤਾਬ ਲਿਖੀ, ਸਹਿਜ ਰਚਿਓ ਖਾਲਸਾ, ਤੇ ਉਹਦੇ ਵਿੱਚ ਸਿੱਖੀ ਦਾ ਪਰਪਸ ਸਮਝਾਉਂਦਿਆਂ ਹੋਇਆਂ ਨਾ ਦੋ ਕੁ ਘਟਨਾਵਾਂ ਦਾ ਉਹਨਾਂ ਨੇ ਜ਼ਿਕਰ ਕੀਤਾ। ਇੱਕ ਘਟਨਾ ਕੀਤੀ ਗੁਰੂ ਸਾਹਿਬ ਜੀ ਨੇ, ਜਿਵੇਂ ਜ਼ਿਕਰ ਕੀਤਾ ਹੈ ਕਿ ਬੰਦੇ ਦਾ ਸਰੀਰ ਤੇ ਬੰਦਿਆਂ ਵਾਲਾ ਹੈ, ਪਰ ਇਹਦੇ ਵਿੱਚ ਪਾਸ਼ਵਿਕ ਆਦਤਾਂ ਹੋਣ ਕਰਕੇ, ਅੰਦਰੋਂ ਭਰਮ ਭੁਲੇਖਿਆਂ ਦਾ ਸ਼ਿਕਾਰ ਹੋਣ ਕਰਕੇ, ਮਾਇਆ ਦੇ ਵੱਲ ਝੁਕਾਅ ਹੋਣ ਕਰਕੇ ਸਾਰੀ ਜ਼ਿੰਦਗੀ ਉਹ ਅੰਦਰ ਦੇ ਰੱਬ ਨੂੰ ਪਹਿਚਾਣ ਕੇ ਚੰਗਾ ਇਨਸਾਨ ਨਹੀਂ ਬਣ ਪਾਉਂਦਾ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ, ਫਿਰ ਕਰਤੂਤ ਪਸ਼ੂ ਕੀ, ਮਾਨਸ ਜਾਤ ਲੋਕ ਪਚਾਰਾ, ਕਰੈ ਦਿਨ ਰਾਤ। ਤੇ ਉਹਨਾਂ ਨੇ ਘਟਨਾ ਦਾ ਜ਼ਿਕਰ ਕੀਤਾ ਵੀ ਗੁਰੂ ਸਾਹਿਬ ਜੀ ਦਾ ਮਕਸਦ ਕੀ ਹੈ, ਜਿੱਥੇ ਅਸੀਂ ਪਹੁੰਚਣਾ, ਰੱਬ ਦਾ ਰੂਪ ਬਣਨਾ, ਉਹ ਹੈ ਸਾਡੇ ਅੰਦਰੋਂ ਰੱਬ ਦਾ ਰੂਪ ਪ੍ਰਗਟ ਕੀਤਾ ਜਾਏ, ਉਹ ਗੁਣ ਪ੍ਰਗਟ ਕੀਤੇ ਜਾਣ ਜੀਵਨ ਦੇ ਵਿੱਚੋਂ। ਤੇ ਉਹਨਾਂ ਨੇ ਇੱਕ ਘਟਨਾ ਦਿੱਤੀ, ਕਹਿਣ ਲੱਗੇ ਮੌਲਾਨਾ ਰੂਮੀ ਦੀ, ਮਸਕੀਨ ਜੀ ਬੜਾ ਜ਼ਿਕਰ ਕਰਦੇ ਹੁੰਦੇ ਸੀ ਉਹਨਾਂ ਦਾ। ਤੇ ਈਰਾਨ ਦੀਆਂ ਗਲੀਆਂ ਦੇ ਵਿੱਚ ਨਾ ਇੱਕ ਫਕੀਰ, ਕਹਿੰਦੇ ਨੇ ਸ਼ਿਕਲ ਦੁਪਹਿਰ ਦਾ ਸਮਾਂ ਸੀ ਤੇ ਹੱਥ ਤੇ ਦੀਵਾ ਜਗਾ ਕੇ ਕੁਝ ਲੱਭ ਰਿਹਾ ਸੀ। ਤੇ ਕਹਿੰਦੇ ਜਦੋਂ ਮੈਂ ਉਹਦੇ ਵੱਲ ਪੁੱਛਿਆ ਇੱਕਦਮ, ਕਿਉਂਕਿ ਉਹਨਾਂ ਦਾ ਸਮਝਾਉਣ ਦਾ, ਲੋਕਾਂ ਨੂੰ ਕਈ ਵਾਰੀ ਖਿੱਚਣ ਦਾ ਢੰਗ ਬੜਾ ਨਿਰਾਲਾ ਹੁੰਦਾ, ਤੇ ਮੈਂ ਕਿਹਾ ਬਾਬਾ, ਬਗਦਾਦ ਦਾ ਏਰੀਆ ਜਿੱਥੇ ਉਂਝ ਵੈਸੇ ਹੀ ਧੁੱਪ ਜ਼ਿਆਦਾ ਪੈਂਦੀ ਹੈ, ਫਿਰ ਸ਼ਿਖਰ ਦੁਪਹਿਰ ਦਾ ਸਮਾਂ ਤੇ ਹੱਥ ਦੇ ਵਿੱਚ ਤੁਸੀਂ ਦੀਵਾ ਜਗਾਇਆ, ਤੇ ਦੀਵਾ ਜਗਾ ਕੇ ਬੜੀ ਗੌਰ ਦੇ ਨਾਲ ਲੱਭ ਰਹੇ ਹੋ ਜਿਵੇਂ ਬੜੀ ਕੀਮਤੀ ਚੀਜ਼ ਗਵਾਚ ਗਈ ਹੋਵੇ। ਤੇ ਤੁਸੀਂ ਕੀ ਲੱਭ ਰਹੇ ਹੋ, ਮੈਂ ਤੁਹਾਡੀ ਹੈਲਪ ਕਰ ਦੇਣਾ। ਉਹ ਕਹਿਣ ਲੱਗਾ, ਯਾਰੋ, ਬੰਦਿਆਂ ਦੇ ਰੂਪ ਦੇ ਵਿੱਚ ਮੈਂ ਜਾਨਵਰ ਵੇਖ ਵੇਖ ਕੇ ਅੱਕ ਗਿਆ, ਸਰੀਰ ਮੈਨੂੰ ਬੰਦਿਆਂ ਦਾ ਦਿਸਦਾ ਤੇ ਅੰਦਰੋਂ ਜਿਹੜੇ ਔਗਣ ਨੇ ਉਹ ਜਾਨਵਰਾਂ ਵਾਲੇ ਨੇ। ਹੁਣ ਮੈਂ ਸ਼ਿਖਰ ਦੁਪਹਿਰ ਦੇ ਵਿੱਚ ਤਲੀ ਤੇ ਦੀਵਾ ਜਗਾ ਕੇ ਇੱਕ ਬੰਦਾ ਲੱਭਣ ਵਾਸਤੇ ਤੁਰਿਆ, ਤੇ ਮੈਨੂੰ ਦੀਵਾ ਜਗਾ ਕੇ ਵੀ ਬੰਦੇ ਦੇ ਵਿੱਚੋਂ ਬੰਦਗੀ, ਇਨਸਾਨੀਅਤ ਨਹੀਂ ਲੱਭਦੀ। ਤੇ ਕਹਿਣ ਲੱਗੇ, ਜਦੋਂ ਮੈਂ ਇਹ ਗੱਲ ਸੁਣੀ ਨਾ, ਤੇ ਮੈਂ ਕਿਹਾ ਬਾਬਾ, ਅਸੀਂ ਵੀ ਮੁੱਦਤਾਂ ਤੋਂ ਇੱਕ ਬੰਦੇ ਦੇ ਦਰਸ਼ਨ ਕਰਨ ਵਾਸਤੇ, ਜਿਹੜੇ ਅਸਲ ਦੇ ਵਿੱਚ ਆਪਣੀ ਜੀਵਨ ਦੀ ਖੋਜ ਆਰੰਭੀ ਹੋਈ ਹੈ। ਤੇ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਕਿ ਬੰਦੇ, ਬੰਦਗੀ ਇਖਤਿਆਰ, ਕਿ ਬੰਦਗੀ ਵਾਲਾ ਮੈਨੂੰ ਇਨਸਾਨ ਨਹੀਂ ਲੱਭਦਾ ਪਿਆ। ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਪਰਪਸ ਸੀ ਨਾ, ਸਰਦਾਰ ਕਪੂਰ ਸਿੰਘ ਜੀ ਨੇ, ਜਿਵੇਂ ਅਰਨਾਲਡ ਟਾਈਨਬੀ ਨੇ ਇਹ ਗੱਲ ਕਹੀ ਹੈ ਕਈ ਧਰਮਾਂ ਦੀ ਕੰਪੈਰੀਟਿਵ ਸਟੱਡੀ ਕਰਨ ਤੋਂ ਬਾਅਦ, ਵੀ ਜਿਸ ਸੰਪੂਰਨ ਮਨੁੱਖ ਦੀ ਸਿਰਜਣਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕੀਤੀ ਗਈ, ਕਹਿੰਦਾ ਉਸ ਤੋਂ ਵਧੀਆ ਕੋਈ ਧਰਤੀ ਤੇ ਬੰਦਾ ਹੋਏਗਾ, ਮੈਂ ਉਸ ਸੋਚ ਨੂੰ ਵੀ ਗਲਤ ਸੋਚ ਮੰਗਣਾ। ਇਹਦਾ ਮਤਲਬ ਇਹ ਨਹੀਂ ਵੀ ਆਪਾਂ ਸਾਰੇ ਕਲੇਮ ਕਰ ਲਈਏ ਵੀ ਆਪਾਂ ਸਭ ਤੋਂ ਬੈਸਟ ਹਾਂ ਤੇ ਦੂਜੇ ਇਨਫੀਰੀਅਰ ਨੇ, ਵੀ ਆਰ ਸੁਪੀਰੀਅਰ। ਇਹਦਾ ਮਤਲਬ ਇਹ ਵੀ ਵਾਕਿਆ ਹੀ ਜਿਹੜੇ ਭਗਤੀ ਦੇ ਵਿੱਚ ਰੰਗੇ ਹੋਏ ਸਨ ਨਾ ਗੁਰੂ ਸਾਹਿਬ ਜੀ ਦੇ ਜੀਵਨ ਦੇ ਸਿਧਾਂਤਾਂ ਨੂੰ ਅਪਣਾ ਕੇ, ਉਹਨਾਂ ਦੇ ਜੀਵਨ ਚੋਂ ਹਿਸਟੋਰੀਕਲੀ ਬੜੀਆਂ ਮਹਾਨ ਉਹ ਸ਼ਖਸੀਅਤਾਂ ਬਣ ਕੇ ਪ੍ਰਗਟ ਹੋਏ ਨੇ, ਬੜੀ ਵੱਡੀ ਉਹਨਾਂ ਨੇ ਆਊਟਪੁੱਟ ਕੱਢੀ। ਇਸ ਕਰਕੇ ਡਾਕਟਰ ਨਰਿੰਦਰ ਸਿੰਘ ਕਪੂਰ ਨੇ ਵੀ ਗੱਲ ਕਹੀ ਹੈ, ਉਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਜਿਹੜਾ ਬੰਦਾ ਪੈਦਾ ਕਰਨਾ ਚਾਹੁੰਦੇ ਨੇ ਨਾ ਧਰਤੀ ਤੇ, ਉਹਦਾ ਮਕਸਦ ਹੈ ਕਿ ਉਹਦੇ ਜ਼ਮੀਨ, ਪੈਰ ਜ਼ਮੀਨ ਤੇ ਹੋਣ ਤੇ ਸਿਰ ਕਿਸੇ 10ਵੇਂ ਅਸਮਾਨ ਤੇ ਹੋਵੇ, ਉੱਚਾ। ਕਹਿਣ ਦਾ ਮਤਲਬ ਡਾਊਨ ਟੂ ਅਰਥ ਹੋਵੇ, ਸਟੇਬਿਲਿਟੀ ਹੋਵੇ, ਉਹਦੇ ਅੰਦਰ ਸਹਿਜ ਹੋਵੇ। ਗੁਰਬਾਣੀ ਦਾ ਵੀ ਇੱਕ ਪ੍ਰਮਾਣ ਆਪਾਂ ਜ਼ਿਕਰ ਕਰਾਂਗੇ। ਤੇ ਅਸਲ ਦੇ ਵਿੱਚ ਉਹਦਾ ਇੰਟੈਲੈਕਚੁਅਲ ਲੈਵਲ ਜਿਹੜਾ ਨਾ, ਉਹ ਇੰਨਾ ਵਧੀਆ ਹੋਵੇ ਵੀ ਉਹ ਜੀਵਨ ਦੇ ਵਿੱਚ ਆਉਣ ਵਾਲੀਆਂ, ਆਪਣੇ ਜੀਵਨ ਤੋਂ ਲੈ ਕੇ ਸੁਸਾਇਟੀ ਦੀਆਂ ਪ੍ਰੋਬਲਮਸ ਨੇ,
ਭਾਵੇਂ ਪੋਲੀਟੀਕਲ ਪ੍ਰੋਬਲਮਸ ਨੇ, ਭਾਵੇਂ ਅਧਿਆਤਮਕ ਜ਼ਿੰਦਗੀ ਦੇ ਵਿੱਚ ਬੰਦੇ ਦੇ ਰੱਬ ਤੋਂ ਦੂਰੀ ਹੁੰਦੀ ਹੈ, ਭਾਵੇਂ ਮਾਨਸਿਕ ਤੌਰ ਤੇ ਬੰਦਾ ਵਿਕਾਰਾਂ ਦੇ ਵਿੱਚ ਫਸਦਾ ਹੈ, ਉਹ ਜੀਵਨ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਗੁੰਝਲਾਂ ਦੇ, ਸਿਚੁਏਸ਼ਨਸ ਦੇ ਜਾਂ ਪ੍ਰੋਬਲਮਸ ਦੇ ਉਹਦੇ ਕੋਲ ਹੱਲ ਹੋਣ, ਪੁਖਤਾ ਹੱਲ ਹੋਣ। ਤੇ ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਜ਼ਿਕਰ ਕੀਤਾ, ਉਹਨਾਂ ਨੇ ਜ਼ਿਕਰ ਕੀਤਾ ਵੀ ਇਹੋ ਜਿਹਾ ਬੰਦਾ ਜਿਹਦੇ ਪੈਰ ਤਾਂ ਜ਼ਮੀਨ ਤੇ ਹੋਣ ਤੇ ਸਿਰ ਅਸਮਾਨਾਂ ਦੇ ਵਿੱਚ ਹੋਵੇ, ਤੇ ਇਹਨਾਂ ਅੰਦਰੋਂ ਤ੍ਰਿਪਤ ਹੋਵੇ ਵੀ ਅਕਾਲ ਪੁਰਖ ਵਾਹਿਗੁਰੂ ਵੀ ਮਿਲੇ ਨਾ, ਉਹਦੇ ਨਾਲ ਵੀ ਆਪਣੀਆਂ ਜਿਹੜੀਆਂ ਖੁਆਇਸ਼ਾਂ ਦੇ ਬੋਝ ਥੱਲੇ ਨਾ ਦਬਿਆ ਹੋਇਆ ਹੋਵੇ, ਬਲਕਿ ਉਹਦੇ ਤੋਂ ਕੁਰਬਾਨ ਜਾਣ ਦੇ ਲਈ ਕਿਆ ਮੰਗੋਂ ਕਿਛ ਥਿਰ ਨਾ ਰਹਾਈ। ਅਸਲ ਦੇ ਵਿੱਚ ਹਮ ਭਿਖਕ ਭੇਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ, ਹੋ ਦਿਆਲ, ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਵੀ ਰੰਗ ਦੇ ਵਿੱਚ ਰੰਗੇ ਜਾਣ ਦੀ ਉਹਦੇ ਅੰਦਰ ਖੁਆਇਸ਼ ਹੋਵੇ। ਜਿਹਨੂੰ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ, ਗੁਰਮੁਖ ਅੰਤਰ ਸਹਿਜ ਹੈ, ਡਾਊਨ ਟੂ ਅਰਥ ਹੋਵੇ, ਸਟੇਬਿਲਿਟੀ ਹੋਵੇ, ਸਿਧਾਂਤਾਂ ਦੇ ਉੱਤੇ ਪੂਰਾ ਉਹ ਟਿਕਿਆ ਹੋਇਆ ਹੋਵੇ। ਮਨ ਚੜਿਆ ਦਸਵੇਂ ਆਕਾਸ਼, ਜਿਹੜਾ ਜਿੰਨਾ ਵੀ ਲਿਟਰੇਚਰ ਅੱਜ ਤੋਂ 2 ਸਦੀਆਂ ਪਹਿਲਾਂ ਲਿਖਿਆ ਗਿਆ ਨਾ ਤਕਰੀਬਨ, ਉਹਦੇ ਵਿੱਚ ਤੁਹਾਨੂੰ ਪਤਾ ਮਾਈਂਡ ਲਫ਼ਜ਼ ਹੈ। ਜਿਹੜਾ ਮਾਈਂਡ ਲਫ਼ਜ਼ ਹੈ ਨਾ, ਅੱਜ ਉਹਨੂੰ ਰਿਪਲੇਸ ਕੀਤਾ ਬ੍ਰੇਨ ਨੇ। ਅਸੀਂ ਮਨ ਦਾ ਜੁੜਨਾ, ਉਹਦੇ 'ਚੋਂ ਸੰਕਲਪ ਵਿਕਲਪ ਉੱਠਣਾ ਅਸੀਂ ਕਹਿੰਦੇ ਹਾਂ। ਫਿਰ ਬੰਦੇ ਦੀ ਬੁੱਧੀ, ਇੰਟਲੈਕਟ ਆ ਜਾਂਦਾ, ਜਿਹੜਾ ਅਸੀਂ ਬਾਹਰੋਂ ਸਟੱਡੀ ਕਰਕੇ ਪ੍ਰਾਪਤ ਕਰਨੇ ਆ। ਫਿਰ ਉਸ ਤੋਂ ਬਾਅਦ ਆ ਕੇ ਚੇਤਾ ਆ ਜਾਂਦਾ, ਜਿਹਨੂੰ ਮੈਮਰੀ ਜਿਹੜਾ ਕਿਹਾ ਜਾਂਦਾ। ਉਸ ਤੋਂ ਬਾਅਦ ਅੰਤਿਸ਼ਕਰਨ ਆ ਜਾਂਦਾ, ਜਿਹਦੇ ਵਿੱਚ ਚੀਜ਼ਾਂ ਨਾਲ ਲਗਾਵ, ਚੀਜ਼ਾਂ ਨਾਲ ਨਫ਼ਰਤ, ਸਾਰੇ ਇਮੋਸ਼ਨਸ ਜਿਹੜਾ ਲੈਵਲ ਹੈ ਬੰਦੇ ਦਾ, ਉਹ ਜਿਹੜਾ ਉਹਦੇ 'ਤੇ ਡਿਪੈਂਡ ਕਰਦਾ। ਅੱਜ ਉਹਦੀ ਥਾਂ 'ਤੇ ਇੱਕ ਸ਼ਬਦ ਹੈ ਟ੍ਰੇਨਡ ਬ੍ਰੇਨ ਤੇ ਅਨਟ੍ਰੇਨਡ ਬ੍ਰੇਨ, ਜਿਹਨੂੰ ਅਸੀਂ ਤਿਆਰ ਕਰਨਾ ਹੁੰਦਾ, ਜਿੱਥੋਂ ਜਿਹੜੀ ਸ਼ੁਰੂਆਤ ਹੁੰਦੀ ਜੀਵਨ ਦੀ, ਜਿਹਨੂੰ ਅਸੀਂ ਇਸ ਤਰ੍ਹਾਂ ਕਹਿ ਲਈਏ ਵੀ ਥੋੜ੍ਹਾ ਜਿਹਾ ਹੁਣ ਜੇ ਹਿਸਟਰੀ ਦੇ ਵਿੱਚ ਜਾਈਏ ਤੇ ਬਾਬਾ ਬੁੱਢਾ ਜੀ ਅਕਤੂਬਰ 1506 ਨੂੰ ਕੱਥੂ ਨੰਗਲ ਪਿੰਡ ਦੀ ਧਰਤੀ ਤੇ, ਸੁੱਗਾ ਰੰਧਾਵਾ ਉਹਨਾਂ ਦੇ ਪਿਤਾ ਜੀ ਦਾ ਨਾਂ, ਤੇ ਮਾਤਾ ਗੌਰਾਂ ਜੀ ਦੀ ਕੁੱਖ ਤੋਂ ਪੈਦਾ ਹੋਏ ਸਨ। ਜ਼ਿੰਦਗੀ ਦੇ ਤਕਰੀਬਨ 12 ਕੁ ਸਾਲ ਉਹਨਾਂ ਦੇ ਇਸ ਤਰ੍ਹਾਂ ਲੰਘੇ ਸਨ। ਇੱਥੇ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਕੱਥੂ ਨੰਗਲ ਦੇ ਵਿੱਚ ਹੀ ਜਦੋਂ ਜਗਤ ਦਾ ਉਧਾਰ ਕਰਦੇ ਹਾਂ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਉਂਦੇ ਨੇ ਤੇ ਕਈ ਦਿਨ ਉਹਨਾਂ ਦਾ ਦੀਵਾਨ ਉਹ ਸਰਵਣ ਕਰਦੇ ਨੇ। ਇੱਕ ਦਿਨ ਘਰਾਂ ਦੇ ਵਿੱਚੋਂ ਦੁੱਧ ਵੀ ਲੈ ਕੇ ਗੁਰੂ ਸਾਹਿਬ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਨੇ। ਅਸੀਂ ਨਾ ਕਈ ਵਾਰੀ ਹਿਸਟਰੀ ਨੂੰ ਬੜੀ ਟ੍ਰਿਵਲਾਈਜੇਸ਼ਨ ਕਰਨ ਦਾ ਯਤਨ ਕੀਤਾ ਵੀ ਉਹਦੀ ਮਹਿਮਾ ਤੇ ਬਹੁਤ ਜ਼ਿਆਦਾ ਹੈ, ਤੇ ਕਈ ਵਾਰੀ ਸਾਨੂੰ ਉਹਦਾ ਐਕਸਪੀਰੀਅੰਸ ਨਾ ਹੋਣ ਕਰਕੇ ਉਹਨੂੰ ਘੱਟ ਬਿਆਨ ਕੀਤਾ। ਜਿਵੇਂ ਰਾਤੀ ਅਸੀਂ 2 ਐਗਜ਼ਾਮਪਲਸ ਸ਼ੇਅਰ ਕੀਤੀਆਂ ਸੀ ਤੁਹਾਡੇ ਨਾਲ, ਵੀ ਭਗਤ ਨਾਮਦੇਵ ਜੀ ਦੇ ਬਾਰੇ ਅਸੀਂ ਕਹਿੰਦੇ ਆ ਵੀ ਉਹਨਾਂ ਨੂੰ 72 ਵਾਰੀ ਦਰਸ਼ਨ ਹੋਏ ਰੱਬ ਦੇ, ਤੇ ਕਈ ਰਾਗੀਆਂ ਨੇ ਤੇ ਇਹੋ ਜਿਹੇ ਗਾ ਕੇ ਨਾ ਉਹਨਾਂ ਬਾਰੇ ਘਟਨਾਵਾਂ ਸੁਣਾਈਆਂ ਵੀ ਭਗਤ ਨਾਮਦੇਵ ਜੀ ਰੋਟੀਆਂ ਪਕਾ ਰਹੇ ਸਨ ਤੇ ਰੱਬ ਕਹਿੰਦੇ ਨੇ ਕੁੱਤਾ ਬਣ ਕੇ ਆ ਗਿਆ। ਉਹ ਜਿਹੜਾ ਇੰਨਾ ਜ਼ਿਆਦਾ ਇਹੋ ਜਿਹੇ ਅਲਫਾਜ਼ ਵਰਤੇ ਨੇ ਵੀ ਉਹ ਚੰਗੇਰ ਦੇ ਵਿੱਚੋਂ ਰੋਟੀ ਚੁੱਕ ਕੇ ਭੱਜਿਆ ਤੇ ਉਹ ਪਿੱਛੇ ਘਿਓ ਵਾਲਾ ਡੱਬਾ ਲੈ ਕੇ ਵੀ ਰੱਬ ਜੀ ਰੁੱਖੀ ਰੋਟੀ ਕਿਉਂ ਖਾਂਦੇ ਹੋ, ਚੋਪੜ ਕੇ ਖਾ ਲਓ। ਤੇ ਕਹਿਣ ਦਾ ਮਤਲਬ ਇਸ ਤਰ੍ਹਾਂ ਬਿਆਨ ਕਰਨ ਦਾ ਯਤਨ ਕੀਤਾ। ਤੇ ਜਿਨ੍ਹਾਂ ਦਾ ਆਪਣਾ ਐਕਸਪੀਰੀਅੰਸ ਹੈ ਭਗਤੀ ਦਾ, ਭਗਤ ਨਾਮਦੇਵ ਜੀ ਦਾ, ਉਹਨਾਂ ਕੋਲੋਂ ਪੁੱਛਣ ਦਾ ਯਤਨ ਨਹੀਂ ਕੀਤਾ ਵੀ ਤੁਹਾਨੂੰ ਕਿਧਰੇ 70-72 ਵਾਰੀ ਦੱਸਿਆ। ਤੇ ਅਸਲ ਦੇ ਵਿੱਚ ਉਹ ਤਾਂ ਕਹਿੰਦੇ ਨੇ ਈਬੈ ਬੀਠਲ, ਊਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਕਹੋ ਰਵਿਦਾਸ ਹੱਥ ਪੈ ਨੇਰਾ। ਉੱਤੇ ਮੈਨੂੰ 24 ਘੰਟੇ ਅਹਿਸਾਸ ਹੋ ਰਿਹਾ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਬਾਰੇ ਇਹ ਹੈ ਹਿਸਟਰੀ ਦੀ ਟ੍ਰਿਵਲਾਈਜੇਸ਼ਨ, ਵੀ ਅਸਲ ਦੇ ਵਿੱਚ ਜਦੋਂ ਉਹਦੀ ਮਹਿਮਾ ਨੂੰ ਟੋਟਲੀ ਸਿਧਾਂਤਾਂ ਤੋਂ ਸੱਖਣਾ ਬੰਦਾ ਜਿਹੜਾ ਬਿਆਨ ਕਰਦਾ ਨਾ, ਉਹਨੂੰ ਹੋਰ ਤਰੀਕੇ ਦੇ ਨਾਲ ਬਿਆਨ ਕਰਦਾ। ਇਸੇ ਤਰ੍ਹਾਂ ਬਾਬਾ ਬੁੱਢਾ ਜੀ ਦਾ ਜਿਹੜਾ ਜੀਵਨ ਹੈ ਨਾ, ਉਹ ਬੜਾ ਮਹਾਨ ਹੈ ਜੀਵਨ ਉਹਨਾਂ ਦਾ। ਤੇ ਉਹਨਾਂ ਨੇ ਜਦੋਂ ਸ਼ੁਰੂਆਤੀ ਅਸਲ ਦੇ ਵਿੱਚ ਗੁਰੂ ਸਾਹਿਬ ਜੀ ਦੇ ਕੋਲ ਜਾਂਦੇ ਨੇ, ਇੱਕ ਦਿਨ ਗੁਰੂ ਸਾਹਿਬ ਜੀ, ਉਹਦੀ ਉਮਰ 12 ਕੁ ਸਾਲ ਦੀ ਹੈ। ਤੁਸੀਂ ਵੇਖੋ, ਇੱਕ ਇਹ ਵੀ ਸਿੱਖ ਇਤਿਹਾਸ ਦੀ ਵੀ ਵਿਲੱਖਣਤਾ ਹੈ। ਅਸੀਂ ਮੰਨਦੇ ਹਾਂ ਵੀ ਛੋਟਾ ਬੱਚਾ ਹੋਵੇ ਨਾ,
ਜੇ ਤੇ ਉਹ 3-4 ਸਾਲ ਦਾ ਹੈ ਤੇ ਉਹਨੂੰ ਬੁਰੇ ਭਲੇ ਦਾ ਪਤਾ ਨਹੀਂ ਹੁੰਦਾ, ਉਹਨੂੰ ਮੋਰਲ ਏਜੰਟ ਨਹੀਂ ਮੰਨਿਆ ਜਾਂਦਾ ਵੀ ਉਹਨੂੰ ਬੁਰਾਈ ਦਾ ਪਤਾ ਹੋਏਗਾ। ਪਰ ਇੱਥੇ ਸਿੱਖ ਕੌਮ ਦੇ ਵਿੱਚ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਵੇਖੋ 5.5 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੁੰਦੇ ਨੇ। ਵੈਸੇ ਹਿਸਟਰੀ ਦੇ ਵਿੱਚ ਹੋਰ ਵੀ ਹੋਇਆ, ਜੇ ਇੰਗਲੈਂਡ ਦਾ ਹੈਨਰੀ 6 ਹੈ ਤੇ ਉਹ ਅਸਲ ਦੇ ਵਿੱਚ ਬੜੀ ਛੋਟੀ ਜਿਹੀ ਉਮਰ ਦੇ ਵਿੱਚ 9 ਮਹੀਨਿਆਂ ਦਾ ਸੀ ਤੇ ਉਹਨੂੰ ਜਦੋਂ ਜਿਹੜਾ ਥਰੋਨ ਦੇ ਉੱਤੇ ਬਿਠਾ ਦਿੱਤਾ ਗਿਆ ਸੀ ਸਿੰਘਾਸਨ ਤੇ। ਇਸੇ ਤਰ੍ਹਾਂ ਮੈਰੀ ਸੈਕਿੰਡ ਹੈ ਸਕਾਟਲੈਂਡ ਦੀ ਰਾਣੀ, ਉਹ ਵੀ ਬੜੀ ਛੋਟੀ ਉਮਰ ਦੀ ਸੀ। ਜਿਹੜਾ ਇਸ ਤਰ੍ਹਾਂ ਸੰਗ ਜਿਹੜਾ ਚਾਈਨਾ ਦੇ ਵਿੱਚ ਵੀ ਵਾਪਰਿਆ 4-4 ਸਾਲ ਦੀ ਉਮਰ 'ਚ। ਬਾਬਰ ਜਿਹੜਾ 12 ਸਾਲ ਦੀ ਉਮਰ ਦੇ ਵਿੱਚ ਹੀ ਜਿਹੜਾ ਬਣ ਗਿਆ ਸੀ। ਉਹਦਾ ਕਾਰਨ ਸੀ ਉਦੋਂ ਜਦੋਂ ਕਿੰਗਡਮ ਹੁੰਦਾ ਸੀ ਨਾ, ਉਹ ਛੋਟੀ ਉਮਰ ਦੇ ਵਿੱਚ ਬਿਠਾ ਤੇ ਦਿੰਦੇ ਸਨ, ਪਰ ਉਹਨਾਂ ਨੂੰ ਆਲੇ ਦੁਆਲੇ ਜਿਹੜੀ ਚਲਾਉਂਦੀ ਸੀ ਉਹ ਬਿਊਰੋਕ੍ਰੇਸੀ ਚਲਾਉਂਦੀ ਸੀ, ਜਿਵੇਂ ਅੱਜ ਵੀ ਲੀਡਰਾਂ ਨੂੰ ਚਲਾਉਂਦੀ, ਉਹਨਾਂ ਨੂੰ ਨੌਲੇਜ ਨਹੀਂ ਹੁੰਦਾ। ਪਰ ਗੁਰੂ ਸਾਹਿਬ ਜੀ ਦੇ ਬਾਰੇ ਅਸੀਂ ਇਸ ਤਰ੍ਹਾਂ ਨਹੀਂ ਮੰਨਦੇ। ਉਹਨਾਂ ਬਾਰੇ ਤੁਸੀਂ ਵੇਖੋ, ਇੱਕ ਹਿਸਟਰੀ ਸਾਰਿਆਂ ਨੂੰ ਹੈਰਾਨ ਕਰਦੀ। ਜਦੋਂ ਛੋਟੇ ਸਾਹਿਬਜ਼ਾਦੇ 7 ਤੇ 9 ਸਾਲ ਦੀ ਉਮਰ ਦੇ ਵਿੱਚ, ਉਹਨਾਂ ਕੋਲ ਆਪਸ਼ਨ ਵੀ ਹੈ, ਬਾਕਾਇਦਾ ਉਹਨਾਂ ਦੀ ਕਚਹਿਰੀ ਦੇ ਵਿੱਚ ਡਾਇਲੌਗ ਵੀ ਹੁੰਦਾ ਹੈ, ਤਾਂ ਵੀ ਉਹ ਅਸਲ ਦੇ ਵਿੱਚ ਲੋਕਾਂ ਨੂੰ ਹੈਰਾਨ ਕਰ ਦਿੰਦੇ ਨੇ ਵੀ ਗਿਆਨ ਦੇ ਕਿੰਨੇ ਸਿਖਰ ਦੇ ਉੱਤੇ ਉਹ ਪਹੁੰਚੇ ਹੋਏ ਨੇ। ਇਸੇ ਤਰ੍ਹਾਂ ਬਾਬਾ ਬੁੱਢਾ ਜੀ ਵੀ, ਭਾਵੇਂ ਉਮਰ ਉਹਨਾਂ ਦੀ ਜਿਹੜੀ 12 ਸਾਲ ਦੀ ਸੀ, ਅੱਜ ਵੀ ਐਕਸਟਰਾ ਆਰਡੀਨਰੀ ਪਰਸਨੈਲਿਟੀਜ਼ ਹੁੰਦੀਆਂ। ਤੁਸੀਂ ਵੇਖੋ ਸੰਸਾਰ ਦੇ ਵਿੱਚ ਬੱਚੇ ਕਈ ਵਾਰੀ ਸਾਇੰਸ ਦੇ ਫੀਲਡ ਦੇ ਵਿੱਚ ਅਮੀਟਮੀ ਐਪ ਵਰਗੀਆਂ ਤਾਂ 15-15 ਸਾਲ ਦੀ ਉਮਰ ਦੇ ਵਿੱਚ ਮਿਲੀਅਨੇਅਰ ਬਣੇ ਨੇ ਬੱਚੇ, ਹੁਣ ਵੀ ਜਿੱਥੇ ਅਸੀਂ 21ਵੀਂ ਸਦੀ ਦੇ ਵਿੱਚ ਬਣ ਰਹੇ। ਤੇ ਉਦੋਂ ਅਸਲ ਦੇ ਵਿੱਚ ਉਹ ਦੂਸਰੇ ਬੱਚਿਆਂ ਨਾਲੋਂ ਵੱਖਰੇ ਸੀ। ਜਿਵੇਂ ਆਮ ਕਰਕੇ ਕਿਹਾ ਜਾਂਦਾ ਨਾ, ਹੋਣਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ, ਵੀ ਉਹਨਾਂ ਦੇ ਵਿੱਚ ਇੱਕ ਕੁਆਲਿਟੀ ਸੀ। ਤੇ ਬਾਬਾ ਬੁੱਢਾ ਜੀ ਜਦੋਂ ਆਉਂਦੇ ਨੇ, ਉਹਨਾਂ ਦਾ ਬਚਪਨ ਦਾ ਨਾਂ ਤੇ ਬੂੜਾ, ਤੇ ਉਦੋਂ ਉਸ ਬੱਚੇ ਦੇ ਅੰਦਰ ਜਦੋਂ ਗੁਰੂ ਸਾਹਿਬ ਜੀ ਨੇ ਪੁੱਛਿਆ, ਬੇਟਾ ਮੈਂ ਵੇਖਿਆ ਵੀ ਤੇਰੀ ਉਮਰ ਦੇ ਬੱਚੇ ਨਹੀਂ ਹੁੰਦੇ, ਅਕਸਰ ਉਹਨਾਂ ਦਾ ਧਿਆਨ ਨਹੀਂ ਲੱਗਦਾ। ਅੱਜ ਵੀ ਸਾਡੀ ਬੱਚਿਆਂ ਦੀ ਕਈ ਵਾਰੀ ਪ੍ਰੋਬਲਮ ਹੁੰਦੀ ਹੈ। ਉਹਦਾ ਕਾਰਨ ਕਿਸੇ ਹੱਦ ਤੱਕ ਅਸੀਂ ਵੀ ਹਾਂ, ਮਾਫ ਕਰਨਾ ਅਸੀਂ। ਤੁਸੀਂ ਕਿਸੇ ਵੀ ਐਜੂਕੇਸ਼ਨ ਸਿਸਟਮ ਦੇ ਵਿੱਚ ਜਾਓ ਤਾਂ ਉੱਥੇ ਪਹਿਲਾਂ ਤੁਹਾਡਾ ਟੈਸਟ ਲਿਆ ਜਾਂਦਾ ਹੈ। ਅਡਲਟ ਦੇ ਵਿੱਚ ਵੀ ਉਮਰ ਦੇ ਵਿੱਚ ਜਾ ਕੇ ਜੇ ਕਿਸੇ ਨੇ ਐਜੂਕੇਸ਼ਨ ਹਾਸਲ ਕਰਨੀ ਹੈ ਤਾਂ ਉਹਦਾ ਲੈਵਲ ਪਹਿਚਾਣ ਕੇ ਉਹਨੂੰ ਉਹ ਕਲਾਸ, ਉਹ ਸੈਸ਼ਨ ਦਿੱਤਾ ਜਾਂਦਾ। ਪਰ ਇੱਥੇ 70-80 ਸਾਲ ਦਾ ਬਜ਼ੁਰਗ ਵੀ ਬੈਠਾ ਹੈ ਤੇ ਅਸੀਂ ਐਕਸਪੈਕਟ ਕਰਦੇ ਹਾਂ ਵੀ 4-5 ਸਾਲ ਦਾ ਬੱਚਾ ਵੀ ਉਹ ਜਿਹੜੀਆਂ ਗੱਲਾਂ ਸਿੱਖੇ। ਹਾਲਾਂਕਿ ਸਾਰਿਆਂ ਨਾਲ ਤਾਂ ਇਸ ਤਰ੍ਹਾਂ ਨਹੀਂ ਵਾਪਰ ਸਕਦਾ। ਸਾਨੂੰ ਜਿਹੜੀ ਕਲਾਸੀਫਿਕੇਸ਼ਨ ਕਰਕੇ ਵੱਖਰੇ ਤੌਰ 'ਤੇ ਬੱਚਿਆਂ ਲਈ ਹਰ ਗੁਰਦੁਆਰੇ ਦੇ ਵਿੱਚ, ਇਹ ਵਧੀਆ ਗੱਲ ਹੈ ਵੀ ਤੁਸੀਂ ਇੱਥੇ ਸਕੂਲ ਬਣਾਏ ਹੋਏ ਨੇ। ਤਕਰੀਬਨ ਅਮਰੀਕਾ ਕੈਨੇਡਾ ਦੇ ਵਿੱਚ ਵੀ ਬੱਚਿਆਂ ਲਈ ਵੀ ਕੁਝ ਸੈਸ਼ਨ ਹੈ, ਪਰ ਉਹ ਵੀ ਕਈ ਵਾਰੀ ਲੈਂਗੁਏਜ ਤੱਕ ਸੀਮਿਤ ਰਹਿ ਜਾਂਦਾ। ਉਹਨਾਂ ਤੱਕ ਜਦੋਂ ਅਸੀਂ ਸਪਿਰਿਟ ਭਰਨ ਦੀ ਗੱਲ ਆਉਂਦੀ ਹੈ, ਤੇ ਜਦੋਂ ਵੱਡੀ ਉਮਰ ਦੇ ਬੱਚੇ ਹੁੰਦੇ ਨੇ ਨਾ, ਖਾਸ ਕਰਕੇ ਕਾਲਜਿਸ ਦੇ ਵਿੱਚ ਜਾਂਦੇ ਨੇ, ਤਾਂ ਉਹ ਸਕੂਲਾਂ ਦੇ ਵਿੱਚ ਵੀ ਆਉਣਾ ਛੱਡ ਦਿੰਦੇ ਨੇ, ਫਿਲਾਸਫੀ ਵੀ ਨਹੀਂ, ਤੇ ਟੋਟਲੀ ਰਿਲੈਕਟੈਂਟ ਵੀ ਹੋ ਜਾਂਦੇ ਨੇ। ਸਿੱਖਿਆ ਉਹਨਾਂ ਕੋਲ ਇਸ ਕਿਸਮ ਦੀ ਹੁੰਦੀ। ਤੇ ਅਸਲ ਦੇ ਵਿੱਚ ਉਸ ਸਮੇਂ ਉਹਨਾਂ ਨੇ ਕਿਹਾ, ਗੁਰੂ ਸਾਹਿਬ ਜੀ ਮੈਨੂੰ ਮੌਤ ਤੋਂ ਡਰ ਲੱਗਦਾ। ਉਹਦਾ ਕਾਰਨ ਹੈ, ਉਸ ਸਮੇਂ ਦੀ ਜੇ ਸਮਾਂ ਹਿਸਟਰੀ ਸਾਹਮਣੇ ਰੱਖ ਕੇ ਵੇਖੀ ਜਾਏ ਨਾ, ਲਾਈਫ ਦੀ ਅਨਸਰਟੇਨਿਟੀ ਇੰਨੀ ਜ਼ਿਆਦਾ ਸੀ ਵੀ ਇੱਕ ਬਿਮਾਰੀ ਆਈ ਹੈ ਸਮਾਲ ਪੌਕਸ ਵਰਗੀ, 11-11 ਬੱਚੇ ਹੁੰਦੇ ਸੀ ਘਰ ਦੇ ਵਿੱਚ, ਕਈ ਵਾਰੀ ਅੱਧੇ ਪਰਿਵਾਰ ਦੇ ਮੈਂਬਰ ਸੌਂ ਜਾਂਦੇ ਹੁੰਦੇ ਸੀ ਪਲੇਗ ਵਗੈਰਾ ਬਿਮਾਰੀਆਂ ਨਾਲ, ਬੰਦੇ ਦਾ ਕੰਟਰੋਲ ਨਹੀਂ ਸੀ। ਫਿਰ ਚਾਈਲਡ ਮੋਰਟੈਲਿਟੀ ਦੇ ਨਾਲ ਵੀ ਕਈ ਮਾਵਾਂ ਦੀ ਡੈਥ ਹੀ ਹੋ ਜਾਂਦੀ ਸੀ ਪ੍ਰੈਗਨੈਂਸੀ ਦੇ ਦੌਰਾਨ, ਤੇ ਬੱਚਿਆਂ ਦੀ 3-4 ਸਾਲ ਤੋਂ ਅੱਜ ਤੇ ਹਿੰਦੁਸਤਾਨ 'ਚ ਅੱਜ ਵੀ ਸਭ ਤੋਂ ਜ਼ਿਆਦਾ ਇਸ ਤਰ੍ਹਾਂ ਹੁੰਦੀ ਹੈ। ਫਿਰ ਜਿਹੜੇ ਬੱਚੇ ਜੰਗ ਵੇਖ ਲੈਂਦੇ ਨੇ ਆਪਣੇ ਸਾਹਮਣੇ, ਜਿਹੜੇ ਤੁਸੀਂ ਆ ਵੇਖੋ ਨਾ, ਅੱਜ ਵੀ ਸਾਈਕੋਲੋਜਿਸਟ ਸੋਸ਼ੀਓਲੋਜਿਸਟ ਕਹਿੰਦੇ ਨੇ ਅਫਗਾਨਿਸਤਾਨ ਦੇ ਵਿੱਚ ਬੱਚੇ ਜਿਹੜੇ ਪੈਦਾ ਹੁੰਦੇ ਨੇ, ਆ ਸੀਰੀਆ ਦੇ ਵਿੱਚ ਜੰਗ ਦੇ ਦੌਰਾਨ ਜਿਹੜੇ ਬੱਚੇ ਪੈਦਾ ਹੁੰਦੇ ਨੇ, ਉਹ ਜਿਹੜੇ PTSD ਪੋਸਟ ਟਰਾਮਾ ਸਟ੍ਰੈਸ ਡਿਸਆਰਡਰ, ਜਿਹੜੀ ਡਿਪਰੈਸ਼ਨ ਐਂਜ਼ਾਈਟੀ, ਉਹਨਾਂ ਦਾ ਕਈ ਵਾਰੀ ਪਿੱਛਾ ਨਹੀਂ ਛੱਡਦੀ ਸਾਰੀ ਜ਼ਿੰਦਗੀ ਉਹਨਾਂ ਦੇ ਸਾਹਮਣੇ। ਇਸ ਕਰਕੇ ਤੁਸੀਂ ਵੇਖੋ ਇਹਨਾਂ ਦੇਸ਼ਾਂ ਨੇ ਇੰਨਾ ਵਧੀਆ ਮਾਹੌਲ ਬਣਾਇਆ ਕਿ ਘਰ ਦੇ ਵਿੱਚ ਇੱਥੇ ਦਾ ਤਾਂ ਮੈਨੂੰ ਜ਼ਿਆਦਾ ਪਤਾ ਨਹੀਂ ਕਿਉਂਕਿ ਮੈਨੂੰ ਪੜ੍ਹਨ ਦਾ ਮੌਕਾ ਘੱਟ ਮਿਲਿਆ। ਸਕੈਂਡੀਨੇਵੀਅਨ ਕੰਟਰੀ ਦੇ ਵਿੱਚ ਬੱਚਾ ਜੇ ਸਕੂਲ ਦੇ ਵਿੱਚ ਜਾ ਕੇ ਉਦਾਸ ਰਹਿੰਦਾ ਤੇ ਉਹਨੂੰ ਪੁੱਛਿਆ ਜਾਂਦਾ ਵੀ ਤੇਰੇ ਮਾਤਾ ਪਿਤਾ ਦੇ ਆਪਸ 'ਚ ਰਿਲੇਸ਼ਨ ਠੀਕ ਨੇ, ਵੀ ਤੇਰੇ ਸਾਹਮਣੇ ਉਹ ਕਿਧਰੇ ਗੁੱਸੇ ਦੇ ਨਾਲ ਜਾਂ ਲੜਾਈ ਝਗੜਾ ਤੇ ਨਹੀਂ ਕਰਦੇ।
ਵਾਇਲੈਂਸ ਤੇ ਡੋਮੈਸਟਿਕ ਵਾਇਲੈਂਸ ਤੇ ਨਹੀਂ ਹੁੰਦਾ, ਜੇ ਹੋਵੇ ਤੇ ਗਵਰਨਮੈਂਟ ਬੱਚਾ ਲੈ ਲੈਂਦੀ ਹੈ। ਤੇ ਇਸੇ ਤਰ੍ਹਾਂ ਜਾਂ ਬੱਚੇ ਨੂੰ ਸਲੈਪ ਕਰਨ ਦੀ ਇਜਾਜ਼ਤ ਨਹੀਂ, ਕਿਉਂਕਿ ਜਿਹੜਾ ਡਰ ਹੈ ਨਾ, ਕਿਸੇ ਕਿਸਮ ਦਾ ਵੀ ਡਰ ਹੈ, ਉਹ ਪਰਸਨੈਲਿਟੀ ਤੇ ਬੜਾ ਵੱਡਾ ਅਸਰ ਕਰਦਾ ਹੈ। ਤੇ ਇਸ ਗੱਲ ਨੂੰ ਅੱਜ ਜਿਹੜਾ ਸਮਝਿਆ ਹੋਇਆ, ਸਾਨੂੰ ਜਿਹੜਾ ਇੰਡੀਅਨ ਕਮਿਊਨਿਟੀ ਨੂੰ ਹੋਰ ਸਮਝਣ ਦੀ ਲੋੜ ਹੈ, ਕਿਉਂਕਿ ਇਹਦਾ ਕਾਰਨ ਹੈ, ਕਈ ਵਾਰੀ ਤੁਸੀਂ ਵੇਖੋ ਵੱਡੀ ਉਮਰ ਦੇ ਵਿੱਚ ਆਨਰ ਕਿਲਿੰਗਸ ਸਾਡੇ ਕਾਫੀ ਹੋ ਰਹੀਆਂ ਨੇ, ਜਿਹੜੀ ਇੰਡੀਅਨ ਸੁਸਾਇਟੀ ਹੈ। ਤੇ ਅਸਲ ਦੇ ਵਿੱਚ ਜਦੋਂ ਇਸ ਤਰ੍ਹਾਂ ਬੱਚਾ ਹੋਵੇ ਨਾ, ਤੇ ਉਹਦੇ ਸਾਹਮਣੇ ਕੁਝ ਵਾਪਰਿਆ ਹੋਵੇ, ਬਾਬਾ ਬੁੱਢਾ ਜੀ ਦੀ ਜਿਹੜੀ ਘਟਨਾ ਅਸੀਂ ਬਿਆਨ ਕਰਨੇ ਆ, ਕੁਝ ਤੇ ਵਿਦਵਾਨ ਇਸ ਤਰ੍ਹਾਂ ਸੁਣਾਉਂਦੇ ਨੇ ਕਿ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਤੁਹਾਡੇ ਅੰਦਰ ਇਹ ਗੱਲ ਕਿਉਂ ਪੈਦਾ ਹੋਈ, ਕਹਿਣ ਲੱਗੇ ਵੀ ਮੇਰੀ ਮਾਤਾ ਜੀ ਨੇ ਮੈਨੂੰ ਲੱਕੜਾਂ ਲਾਉਣ ਵਾਸਤੇ ਕਿਹਾ। ਇੱਕ ਘਟਨਾ ਇਹ ਵੀ ਬਿਆਨ ਕਰਦੇ ਨੇ ਹਿਸਟੋਰੀਅਨ, ਵੀ ਛੋਟੀਆਂ ਲੱਕੜਾਂ ਜਿਹੜੀਆਂ ਪਹਿਲਾਂ ਬਲ ਗਈਆਂ ਤੇ ਵੱਡੀਆਂ ਬਾਅਦ ਦੇ ਵਿੱਚ। ਜਦੋਂ ਗੁਰੂ ਸਾਹਿਬ ਜੀ ਉਹਨਾਂ ਨੂੰ ਕੋਲੋਂ ਪੁੱਛਦੇ ਨੇ ਕਿ ਬੇਟਾ ਅਜੇ ਤਾਂ ਤੂੰ ਬੜਾ ਛੋਟਾ ਹੈ ਤੇ ਤੁਸੀਂ ਵੱਡੇ ਹੋ ਕੇ ਇਹੋ ਜਿਹੀ ਗੱਲ ਕਰਿਓ, ਤੇ ਗੁਰੂ ਸਾਹਿਬ ਜੀ ਦਾ ਸਮਝਾਉਣ ਦਾ ਢੰਗ ਹੈ, ਉਹ ਕਹਿਣ ਲੱਗੇ ਬਾਬਾ ਜੀ ਜੇ ਮੈਂ ਵੱਡਾ ਹੋਇਆ ਹੀ ਨਾ, ਤੇ ਜੇ ਪਹਿਲਾਂ ਹੀ ਮੈਂ ਚੜ੍ਹਾਈ ਕਰ ਗਿਆ ਤੇ ਫਿਰ ਮੇਰਾ ਕੀ ਬਣੇਗਾ। ਤੇ ਇਸੇ ਤਰ੍ਹਾਂ ਦੂਸਰਾ ਹਿਸਟੋਰੀਅਨ ਪੱਖ ਇਹ ਵੀ ਅਸੀਂ ਜ਼ਿਮੀਂਦਾਰਾਂ ਕਰਨੇ ਆ, ਤੇ ਬਾਹਰੋਂ ਹਮਲਾਵਰ ਆਏ ਸਨ ਤੇ ਖੇਤਾਂ ਦੀਆਂ ਫਸਲਾਂ ਸਾਡੇ ਸਾਹਮਣੇ ਉਜਾੜ ਕੇ, ਕੁਝ ਛੋਟੀਆਂ ਸਨ, ਕੋਈ ਡਡਰੀਆਂ ਸਨ, ਕੋਈ ਪੱਕੀਆਂ ਸਨ। ਤੇ ਇਹ ਫਸਲਾਂ ਦਾ ਉਜਾੜਾ ਵੇਖ ਕੇ ਮੇਰੇ ਅੰਦਰ ਖਿਆਲ ਆਇਆ, ਮਨਾ ਤੂੰ ਵੀ ਮਦਰ ਨੇਚਰ, ਕੁਦਰਤ ਦੀ, ਅਕਾਲ ਪੁਰਖ ਦੀ, ਰੱਬ ਦੀ ਖੇਤੀ ਹੈ। ਹਰੀ ਨਹੀਂ ਨਾ ਡਡਰੀ, ਪੱਕੀ ਵੱਢਣਹਾਰ, ਕਦੇ ਵੀ ਜਿਹੜਾ ਸਮਾਂ ਆ ਸਕਦਾ। ਇਸ ਕਰਕੇ ਮੇਰੇ ਅੰਦਰ ਮੌਤ ਦੇ ਪ੍ਰਤੀ ਇਹ ਜਿਹੜਾ ਨਜ਼ਰੀਆ ਜਿਹੜਾ ਪੈਦਾ ਹੋ ਗਿਆ। ਤੇ ਸੱਚੇ ਵੈਸੇ ਤੇ ਜਿਹੜਾ ਮੌਤ ਦਾ ਡਰ ਹੈ ਨਾ, ਦੁਨੀਆ ਤੇ ਭਾਵੇਂ ਸਮੁੰਦਰਾਂ ਦੇ ਵਿੱਚ ਹੋਵੇ ਲਾਈਫ, ਭਾਵੇਂ ਪਹਾੜਾਂ ਤੇ ਹੋਵੇ, ਰੇਗਿਸਤਾਨ ਦੇ ਵਿੱਚ ਹੋਵੇ, ਆਮ ਧਰਤੀ ਦੇ ਬੰਦੇ ਹਿਊਮਨ ਬੀਇੰਗ ਹੋਣ, ਸਾਰਿਆਂ ਦੇ ਅੰਦਰ ਇਨੀਸ਼ੀਅਲ ਰੂਪ ਦੇ ਵਿੱਚ ਕੁਦਰਤ ਨੇ ਮੌਤ ਦਾ ਜਿਹੜਾ ਡਰ ਰੱਖਿਆ, ਇਹ ਬੜੀ ਵਧੀਆ ਚੰਗੀ ਚੀਜ਼ ਰੱਖੀ ਹੈ ਇਹਦਾ, ਕਿਉਂਕਿ ਆਪ ਭਲਾ ਕਰਤੂਤ ਅੱਤ ਨਹੀਂ ਕੀ, ਜੋ ਨੇਚਰ ਨੇ ਪੈਦਾ ਕੀਤਾ ਨਾ, ਹਰ ਚੀਜ਼ ਸਰਵਾਈਵ ਕਰਨਾ ਚਾਹੁੰਦਾ ਹੈ ਤੇ ਮੌਤ ਤੋਂ ਡਰਦਾ ਹੈ। ਗੁਰਬਾਣੀ ਵੀ ਕਹਿੰਦੀ ਮਰਨੇ ਤੇ ਸਭ ਜਗ ਡਰਾ। ਗੁਰਬਾਣੀ ਦੇ ਵਿੱਚ ਜ਼ਿਕਰ ਹੈ ਵੀ ਮਰਨ ਤੋਂ ਸਾਰੇ ਜੀਵ ਡਰਦੇ ਨੇ, ਬੰਦੇ ਵੀ ਡਰਦੇ ਨੇ, ਦੂਸਰੇ ਵੀ ਡਰਦੇ ਨੇ। ਪਰ ਉਹ ਜਿਹੜਾ ਅਸਲ ਦੇ ਵਿੱਚ ਮੇਰੇ ਮਨ ਆਨੰਦ ਹੈ ਨਾ, ਅਗਲੀ ਗੱਲ ਜਿਹੜੀ ਅਸੀਂ ਸਮਝਣ ਦਾ ਯਤਨ ਕਰਾਂਗੇ। ਤੇ ਮਰਨ ਤੋਂ ਸਾਰਾ ਜਗਤ ਡਰਦਾ ਹੈ। ਇਹ ਮੌਤ ਦੇ ਡਰ ਨੇ ਹੀ ਧਰਤੀ ਤੇ ਬੜੀਆਂ ਜਿਹੜੀਆਂ ਸਪੀਸੀਜ਼ ਦੇ ਵਿੱਚ ਮੌਤ ਦਾ ਡਰ ਖਤਮ ਹੋ ਜਾਂਦਾ ਨਾ, ਐਂਥਰੋਪੋਲੋਜਿਸਟ ਕਹਿੰਦੇ ਨੇ ਉਹ ਧਰਤੀ ਤੋਂ ਖਤਮ ਹੋ ਗਈਆਂ, ਐਕਸਟਿੰਕਟ ਹੋ ਗਈਆਂ ਜੂਨੀਆਂ। ਅੱਜ ਜਿਵੇਂ ਅਸੀਂ ਗੁਰਬਾਣੀ ਦੇ ਵਿੱਚ ਕਈ ਵਾਰੀ ਪੜ੍ਹਦੇ ਹਾਂ ਨਾ, 184 ਜੂਨ ਸਬਾਈ ਵੀ 84 ਲੱਖ ਜੂਨਾਂ ਨੇ। ਇਹ ਤੇ ਗੁਰੂ ਸਾਹਿਬ ਨੇ ਇੱਕ ਐਗਜ਼ਾਮਪਲ ਲਈ ਹੈ, ਮੈਟਾਫੋਰਿਕ ਲੈਂਗੁਏਜ ਯੂਜ਼ ਕੀਤੀ ਹੈ। ਅਦਰਵਾਈਜ਼ ਕੁਦਰਤ ਨੂੰ ਬਾਉਂਡ ਨਹੀਂ ਕੀਤਾ ਜਾ ਸਕਦਾ, ਉਹ ਤੇ ਇਨਫਿਨਿਟ ਹੈ। ਇਸ ਕਰਕੇ ਕਈ ਕੋਟ ਖਾਣੀ ਅਰਖੰਡ ਵੀ ਜਿੱਥੋਂ ਉਹਨਾਂ ਦਾ ਓਰੀਜਨ ਹੁੰਦਾ ਜੀਵਾਂ ਦਾ, ਤੇ 4 ਬਿਲੀਅਨ ਈਅਰਸ ਬਿਫੋਰ ਜਿਹੜੀ ਲਾਈਫ ਧਰਤੀ ਤੇ ਬੈਕਟੀਰੀਆ ਦੇ ਰੂਪ ਦੇ ਵਿੱਚ ਹੋਈ ਹੈ। ਹੁਣ ਤੱਕ ਜਿਹੜੀ ਅਸੀਂ 84 ਲੱਖ ਦੀ ਜੂਨ ਵੀ ਕਰਨੇ ਆ ਨਾ ਗੱਲ, ਅਸਲ ਦੇ ਵਿੱਚ 84 ਤੋਂ ਤੇ ਵੱਧ, ਪਹਿਲਾਂ ਤੇ ਕਿਸੇ ਨੇ ਗਿਣੀਆਂ ਨਹੀਂ ਸੀ, ਤੁੱਕੇ ਨਾਲ ਲਿਖ ਦਿੱਤਾ ਸੀ ਵੀ ਜਿਹੜੀ ਹਿਸਟਰੀ ਦੇ ਵਿੱਚ ਖਾਸ ਕਰਕੇ ਰਿਲੀਜੀਅਸ ਵੇਦਾਂ ਸ਼ਾਸਤਰਾਂ ਦੇ ਵਿੱਚ ਵੀ ਉਹਨਾਂ ਨੇ ਇੱਕ ਅੰਦਾਜ਼ੇ ਦੇ ਮੁਤਾਬਕ ਲਿਖ ਦਿੱਤਾ ਸੀ। ਤੇ 1760 ਦੇ ਕਰੀਬ ਵਿਗਿਆਨਕਾਂ ਨੇ ਇਹਨੂੰ ਗਿਣਨਾ ਸ਼ੁਰੂ ਕੀਤਾ ਸੀ। ਅੱਜ 8.8 ਮਿਲੀਅਨ ਜਿਹੜੀਆਂ ਨੇ 84 ਤੋਂ 88 ਲੱਖ ਤਕਰੀਬਨ ਆਇਡੈਂਟੀਫਾਈ ਕਰ ਲਈਆਂ ਗਈਆਂ, ਤੇ ਜਿਹੜੀਆਂ 1.7 ਮਿਲੀਅਨ ਤੇ ਤਕਰੀਬਨ ਡਾਕੂਮੈਂਟਰੀਜ਼ ਬਣ ਚੁੱਕੀਆਂ ਉਹਨਾਂ ਦੀਆਂ। ਤੇ ਮੰਨਿਆ ਜਾਂਦਾ ਵੀ 1 ਟ੍ਰਿਲੀਅਨ ਤੋਂ ਵੱਧ ਜਿਹੜੀਆਂ, ਜਿਵੇਂ ਅਸੀਂ ਤੇ ਕਹਿੰਦੇ ਹਾਂ ਕੇਵਲ ਡਾਇਨਾਸੌਰ ਹੈ, ਤੇ ਇੰਨੀਆਂ ਧਰਤੀ ਤੇ ਸਪੀਸੀਜ਼ ਪੈਦਾ ਹੋ ਕੇ ਜਿਹੜੀਆਂ ਐਕਸਟਿੰਕਟ ਹੋ ਚੁੱਕੀਆਂ, ਖਤਮ ਹੋ ਚੁੱਕੀਆਂ, ਉਹਨਾਂ ਦੇ ਵਿੱਚ ਬੰਦਾ ਹੈ। ਤੇ ਇਹ ਕੁਦਰਤ ਨੇ ਇਹ ਡਰ ਕਰਕੇ ਹੀ ਬੰਦਾ ਆਪਣੇ ਆਪ ਨੂੰ ਸੋਚ ਸਮਝ ਕੇ ਖਾਂਦਾ ਪੀਂਦਾ। ਇੱਥੋਂ ਤੱਕ ਵੀ ਜਦੋਂ ਡਰਾਈਵ ਵੀ ਕਰਨੇ ਆ, ਮੌਤ ਦਾ ਡਰ ਸਾਨੂੰ ਰੂਲ ਐਂਡ ਰੈਗੂਲੇਸ਼ਨ ਫੋਲੋ ਕਰਨ ਵਾਸਤੇ ਜਿਹੜਾ ਅੰਦਰੋਂ ਜਿਹੜੇ ਪ੍ਰੇਰਨਾ ਕਰਦਾ ਹੈ। ਇਹ ਡਰ ਵਧੀਆ ਹੋਣ ਕਰਕੇ ਕੁਦਰਤ ਨੇ ਇਹਨੂੰ ਸਾਡੇ DNA ਦੇ ਵਿੱਚ ਐਂਪਲੀਫਾਈ ਕੀਤਾ ਅਗਲੀਆਂ ਪੀੜ੍ਹੀਆਂ ਦੇ ਵਿੱਚ। ਤੇ ਇਹਦੇ ਲਈ ਕਿਉਂਕਿ ਬੰਦਾ ਮਰਨਾ ਨਹੀਂ ਸੀ ਚਾਹੁੰਦਾ, ਮਰਨ ਦਾ ਨਾ ਹੋਣ ਕਰਕੇ, ਇਸ ਕਰਕੇ ਕਿਉਂਕਿ ਦੂਸਰੇ ਜਾਨਵਰਾਂ 'ਚ ਤੇ ਨਹੀਂ ਵਾਪਰਿਆ, ਪਰ ਬੰਦੇ ਦੇ
ਦਿਮਾਗ ਜਿਹੜਾ ਸੀ ਫਰੰਟਲ ਲੋਬ ਖਾਸ ਕਰਕੇ ਜਿਹੜਾ ਇਮੇਜਿਨ ਕਰਦਾ, ਕਈ ਕਿਸਮ ਦੀਆਂ ਇਮੇਜਿਨੇਸ਼ਨ ਕਰ ਲੈਂਦਾ। ਬੰਦੇ ਨੇ ਮੌਤ ਤੋਂ ਬਾਅਦ ਦੀਆਂ ਬੜੀਆਂ ਜਿਹੜੀਆਂ ਕਲਪਨਾਵਾਂ ਕੀਤੀਆਂ ਨੇ ਵੀ ਜੇ ਬੰਦਾ ਮਰਦਾ ਤੇ ਇਹਦੇ ਵਿੱਚ ਇਹ ਗੱਲ ਮੰਨ ਲਈ ਗਈ ਵੀ ਅਸਲ ਵਿੱਚ, ਕਿਉਂਕਿ ਪੁਰਾਣੇ ਸਮੇਂ 'ਚ ਜਦੋਂ ਮੌਤ ਹੁੰਦੀ ਸੀ ਨਾ, ਆਵਾਗਾਉਣ ਦੀ ਗੱਲ, ਕਿਉਂਕਿ ਇਹ ਜਿਹੜੀ ਸਾਖੀ ਦੇ ਨਾਲ ਸੰਬੰਧਿਤ ਹੈ, ਵੀ ਬਾਬਾ ਬੁੱਢਾ ਜੀ ਕਹਿਣ ਲੱਗੇ ਵੀ ਅਸਲ ਦੇ ਵਿੱਚ ਮੇਰਾ ਆਵਾਗਾਉਣ ਕੱਟ ਦਿਓ, ਵੀ ਮੈਨੂੰ ਜਿਹੜਾ ਆਵਾਗਾਉਣ, ਜਿਹੜਾ ਮੌਤ ਤੋਂ ਡਰ, ਤੇ ਦੂਸਰਾ ਮੈਨੂੰ ਆਵਾਗਾਉਣ ਕੱਟ ਦਿਓ, ਇਹ ਗੱਲ। ਤੇ ਜਿਹੜੀ ਸਾਡੀ ਹਿਸਟਰੀ ਹੈ ਉਹ ਅਸਲ ਦੇ ਵਿੱਚ ਉਹਦੇ 'ਚ ਬਹੁਤ ਸਾਰੇ ਪੱਖ ਨੇ ਜਿਹੜੇ ਹੋਰ ਡੀਪਲੀ ਵਿਚਾਰਨ ਵਾਲੇ ਨੇ। ਉਹਦਾ ਕਾਰਨ ਹੈ ਵੀ ਜਦੋਂ ਬੰਦਾ ਪੁਰਾਣੇ ਸਮੇਂ ਦੇ ਵਿੱਚ ਮਰਦਾ ਸੀ ਨਾ, ਮੌਤ ਦਾ ਕਾਰਨ ਨਹੀਂ ਸੀ ਪਤਾ ਲੱਗਦਾ, ਕਿਉਂਕਿ ਸਰੀਰ ਹੁੰਦਾ ਸੀ, ਸਾਰੇ ਔਰਗਨ ਅੱਖਾਂ ਨਾਲ ਨੇ, ਬੰਦੇ ਦੀ ਨੱਕ ਨਾਲ ਹੈ, ਹੱਥ ਨਾਲ ਨੇ, ਪੈਰ ਨਾਲ ਨੇ, ਉਹ ਕੋਈ ਹਰਕਤ ਨਹੀਂ ਕਰ ਰਿਹਾ। ਤੇ ਜਿਹੜਾ ਇੱਥੋਂ ਪੈਦਾ ਹੋਇਆ ਵੀ ਇੱਕ ਕਨਸੈਪਟ ਆਫ ਸੌਲ, ਵੀ ਇਹਦੇ ਵਿੱਚ ਕੋਈ ਅਦ੍ਰਿਸ਼ ਸ਼ਕਤੀ ਸੀ ਜਿਹੜੀ ਇਹਦੇ ਚੋਂ ਨਿਕਲੀ ਹੈ, ਕਿਉਂਕਿ ਦਿਸਦਾ ਤੇ ਸਾਰਾ ਸਰੀਰ ਉਸ ਤਰ੍ਹਾਂ ਹੀ ਹੈ, ਵਜਨ ਉਹਦਾ ਇਸ ਤਰ੍ਹਾਂ ਹੀ ਹੈ, ਤੇ ਉਹ ਅਦ੍ਰਿਸ਼ ਸ਼ਕਤੀ ਨਿਕਲਣ ਦੇ ਕਰਕੇ ਇਹਦੀ ਚੇਤਨਾ ਅੰਦਰੋਂ ਖਤਮ ਹੋ ਗਈ ਹੈ। ਤੇ ਚੇਤਨਾ ਜਿਹੜੀ ਸੀ ਗੁਣ ਮੰਨ ਲਿਆ ਗਿਆ, ਆਤਮਾ ਦਾ ਗੁਣ, ਸੋਲ ਦਾ ਗੁਣ, ਵੀ ਹੁਣ ਉਹ ਜਿੱਥੇ ਉਹਨੂੰ ਪਤਾ ਲੱਗ ਰਿਹਾ ਸਾਰਾ ਕੁਝ, ਉਹ ਸੋਚਦੀ ਵੀ ਹੈ ਉਹਦੀ, ਕਿਉਂਕਿ ਕੌਨਸ਼ੀਅਸ ਹੈ, ਚੇਤਨਾ ਹੈ। ਸੋਚਣ ਦੇ ਨਾਲ ਨਾਲ ਉਹਦਾ ਜੇ ਸੋਚਦੀ ਹੈ ਤੇ ਇੱਕ ਅਦ੍ਰਿਸ਼ਟ ਸ਼ਕਤੀ ਨਿਕਲੀ ਹੈ, ਸੋਲ ਨਿਕਲੀ ਹੈ, ਜਿਹਨੂੰ ਰੂਹ ਕਿਸੇ ਨੇ ਕਹਿ ਲਿਆ, ਕਿਸੇ ਨੇ ਆਤਮਾ, ਵੱਖ-ਵੱਖ ਕਲਚਰਾਂ ਦੇ ਵਿੱਚ ਨਾਮ ਦਿੱਤੇ। ਤੇ ਉਹਦੇ ਬਾਰੇ ਆਪਣੀ ਆਪਣੀ ਇੱਕ ਹੋਰ ਇਮੇਜਿਨੇਸ਼ਨ ਸਾਹਮਣੇ ਆਈ। ਹਿੰਦੁਸਤਾਨ ਦੇ ਲੋਕਾਂ ਨੇ ਕਿਹਾ ਵੀ ਇਹ ਜਿਹੜੀ ਨਾ ਇਹਦਾ ਆਵਾਗਾਉਣ ਜਿਹੜਾ ਮੰਨ ਲਿਆ ਗਿਆ, ਕਿਧਰੇ ਟਰਾਂਸ ਮਾਈਗ੍ਰੇਸ਼ਨ ਜਿਹਨੂੰ ਕਹਿੰਦੇ, ਦੂਜਾ ਕਿਧਰੇ ਪੁਨਰ ਜਨਮ ਮੰਨ ਲਿਆ ਗਿਆ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੈ ਕਿਛ ਜਨਮੈ ਨੈ ਕਿਛ ਮਰੈ, ਆਪਣ ਚਲਤ ਆਪ ਹੀ ਕਰਾ, ਹੋਰ ਤਰੀਕੇ ਦੇ ਨਾਲ ਬਿਆਨ ਕੀਤਾ। ਜਿਹੜੀਆਂ ਥਿਊਰੀਆਂ ਸੀ, ਕਿਉਂਕਿ ਤੁਸੀਂ ਪਹਿਲਾਂ ਕਾਫੀ ਵਿਦਵਾਨਾਂ ਨੂੰ ਇੱਥੇ ਸੁਣਿਆ, ਹੋ ਸਕਦਾ ਇਹਨਾਂ ਡੀਪਲੀ ਟੌਪਿਕਾਂ ਦੇ ਉੱਤੇ ਵਿਚਾਰ ਹੋਇਆ ਹੋਵੇ। ਤੇ ਕਿਉਂਕਿ ਅੱਜ ਦਾ ਸ਼ਬਦ ਵੀ ਹੈ ਨਾ ਜਿਹੜਾ, ਮਾਧਵੇ ਕਿਆ ਕਹੀਆ ਭਰਮ ਐਸਾ, ਇਹ ਵੀ ਸਾਡੇ ਅੰਦਰ ਭਰਮ ਹੈ। ਮੌਤ ਦੇ ਬਾਰੇ ਬਹੁਤ ਸਾਰੇ ਭੁਲੇਖੇ ਨੂੰ ਆਲ ਓਵਰ ਦਾ ਵਰਲਡ ਹੈ ਵੀ ਜਿਹੜੀਆਂ। ਤੇ ਇਸੇ ਤਰ੍ਹਾਂ ਜਿਹੜੇ ਵੈਸਟਰਨ ਧਰਮ ਸੀ, ਉਹਨਾਂ ਨੇ ਜਿਹੜਾ ਖਿਆਲ ਦਿੱਤਾ ਸੀ, ਉਹਨਾਂ ਨੇ ਤੇ ਕਿਹਾ ਵੀ ਜਿਹੜਾ ਆਵਾਗਾਉਣ ਹੈ ਤੇ ਉਹਦੇ ਮੁਤਾਬਕ ਫੇਰ ਕਰਮ ਕਰਨੇ ਨੇ, ਦੁਬਾਰਾ ਫੇਰ ਜਨਮ ਕਿਧਰੇ ਘੁੰਮ ਫਿਰ ਕੇ ਮਿਲਣਾ, ਫੇਰ ਕਿਧਰੇ ਸੈਲਵੇਸ਼ਨ ਨੂੰ, ਮੁਕਤੀ ਨੂੰ ਪ੍ਰਾਪਤ ਕਰਨਾ। ਇਹ ਜਿਹੜਾ ਚੱਕਰ ਹਿੰਦੁਸਤਾਨ ਦੇ ਵਿੱਚ ਜਿਹੜੇ ਮਜ਼ਹਬ ਪੈਦਾ ਹੋਏ, ਜਿਹੜੇ ਵੈਸਟਰਨ ਦੇ ਵਿੱਚ ਹੋਏ, ਤੇ ਉਹਨਾਂ ਨੇ ਕਿਹਾ ਨਹੀਂ, ਇਹ ਜੇ ਤੇ ਇਸਲਾਮ ਜਾਂ ਕ੍ਰਿਸਚੈਨਿਟੀ ਦੇ ਅਕੋਰਡਿੰਗ ਜਾਂ ਜੂਡਿਜ਼ਮ ਦੇ ਅਕੋਰਡਿੰਗ ਜ਼ਿੰਦਗੀ ਬਤੀਤ ਕੀਤੀ ਹੋਵੇ, ਉਹਨਾਂ ਨੇ ਆਪਣੇ ਕਲਚਰ ਦੇ ਮੁਤਾਬਕ ਵੀ ਉੱਥੇ ਹੈਵਨ ਦਾ ਜਿਹੜਾ ਇੱਕ ਕਨਸੈਪਟ ਸਿਰਜ ਲਿਆ, ਕਲਪਨਾ ਕਰ ਲਈ। ਤੇ ਜਦ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ ਤੇ ਗੁਰੂ ਸਾਹਿਬ ਜੀ ਨੇ ਤੇ ਕਿਹਾ, ਇੱਕ ਦੱਜਾਂ ਇੱਕ ਦੱਬੀਆਂ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸੱਟੀਆਂ, ਇੱਕ ਪੀ ਫਿਰ ਹੱਸਣ ਪਾਹੇ, ਨਾਨਕ ਏਵ ਨਾ ਜਾਪਈ, ਕਿੱਥੇ ਜਾਏ ਸਮਾਹੀ। ਵੀ ਅੱਜ ਤੱਕ ਜਿਹੜੇ ਮਰ ਗਏ ਨੇ ਉਹ ਤੇ ਵਿਚਾਰੇ ਸਾਨੂੰ ਦੱਸਣ ਨਹੀਂ ਆਏ, ਵੀ ਉਹਨਾਂ ਦੇ ਨਾਲ ਸਾਡਾ ਕੋਈ ਕਮਿਊਨੀਕੇਸ਼ਨ ਨਹੀਂ ਹੈ। ਤੇ ਜਿਹੜੇ ਅਸੀਂ ਜੰਮਦੇ ਹਾਂ, ਵੀ ਡੋਂਟ ਹੈਵ ਐਨੀ ਐਕਸਪੀਰੀਅੰਸ ਆਫ ਡੈਥ, ਸਾਡਾ ਤਾਂ ਕੋਈ ਐਕਸਪੀਰੀਅੰਸ ਨਹੀਂ ਹੈ। ਅਸੀਂ ਤੇ ਹੀਅਰਸੇ ਦੇ ਉੱਤੇ ਯਕੀਨ ਕਰ ਰਹੇ ਹਾਂ, ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ ਬਹੁਤੇ। ਤੇ ਇਸ ਕਰਕੇ ਇਹਨਾਂ ਗੱਲਾਂ ਦੇ ਵਿੱਚ ਜਿਹੜੇ ਵੱਖ-ਵੱਖ ਇਮੇਜਿਨੇਸ਼ਨ ਸੀ, ਜੇ ਰੂਹ ਹੈ ਤੇ ਰੂਹ ਪ੍ਰੀਸਟਲੀ ਕਲਾਸ ਵੱਲੋਂ ਫਿਰ ਇਹ ਵੀ ਡਿਸਿਪਲਿਨ ਦਿੱਤਾ ਗਿਆ। ਜਿਵੇਂ ਇੱਕ ਡਾਕੂ ਹੁੰਦਾ ਨਾ, ਤੇ ਜਿਉਂਦੇ ਬੰਦੇ ਨੂੰ ਕਿਧਰੇ ਕਿਡਨੈਪ ਕਰ ਲਏ ਤੇ ਪਰਿਵਾਰ ਦੇ ਮੈਂਬਰਾਂ ਨੂੰ ਕਹੇ ਵੀ ਪੈਸਾ ਦਿਓ ਇੰਨਾ, ਨਹੀਂ ਤੇ ਇਹਦੀ ਡੈਥ ਅਸੀਂ ਜਿਹੜੀ ਹੋ ਜਾਏਗੀ, ਅਸੀਂ ਉਹਨੂੰ ਜਿਹੜਾ ਮਰਡਰ ਕਰ ਦਿਆਂਗੇ। ਸੇਮ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਵੀ ਆਹ ਜਿਹੜੇ ਕਰਮ ਨੇ, ਇੰਨਾ ਪੈਸਾ ਲੱਗਦਾ, ਇੰਨਾ ਇੱਥੇ ਤੱਕ ਮੁਕਤੀ ਤੱਕ ਪਹੁੰਚਾਉਣ ਵਾਸਤੇ, ਸੈਲਵੇਸ਼ਨ ਦੇ ਲਈ ਵੀ ਧਰਤੀ ਤੇ ਏਜੰਟ ਵੀ ਜਿਹੜੇ ਹਿੰਦੁਸਤਾਨ 'ਚ ਗਤੀਆਂ ਹੁੰਦੀਆਂ ਸਨ। ਮੇਰੇ ਸਾਹਮਣੇ ਭੇਵੇ ਦੇ ਵਿੱਚ ਨਾ ਸਾਰਾ ਜਿਹੜਾ ਪੰਜਾਬ ਦਾ ਇਲਾਕਾ ਵੀ ਹੁੰਦਾ, ਤੇ ਇੱਕ ਵਾਰੀ ਕਿਸੇ ਪੰਡਤ ਦੇ ਸਾਹਮਣੇ ਉਹਨਾਂ ਨੇ 400-500 ਰੁਪਇਆ ਦੇ ਕੇ ਨਾ ਕਿਹਾ ਵੀ ਗਤੀ ਕਰ ਦਿਓ। ਉਹਨੇ ਪੈਸੇ ਪੰਡਤ ਜੀ ਨੇ ਚੁੱਕ ਕੇ ਮਾਰੇ, ਕਹਿਣ ਲੱਗਾ 1000 ਰੁਪਇਆ ਕੱਢ, ਨਹੀਂ ਤੇ ਗਤੀ ਨਹੀਂ ਹੋਣੀ। ਕਹਿਣ ਦਾ ਮਤਲਬ ਧਰਤੀ ਤੇ ਹੀ ਬੰਦਾ ਏਜੰਟ ਬਣਿਆ ਵੀ ਅਸਲ ਦੇ ਵਿੱਚ ਜੇ ਪੈਸਾ ਮੈਨੂੰ ਨਾ ਦਿੱਤਾ ਜਾਊ, ਰੱਬ ਨੇ ਵੀ ਨਹੀਂ ਪ੍ਰਵਾਨ ਨਹੀਂ ਕਰਨਾ। ਤੇ ਇਸ ਤਰ੍ਹਾਂ ਜਿਹੜਾ ਚੱਕਰ ਚੱਲ ਰਿਹਾ ਹੈ ਔਰ ਸਦੀਆਂ ਤੋਂ ਚੱਲ ਰਿਹਾ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੇਖੋ, ਸਵਰਗ ਵੀ ਧਰਤੀ ਤੇ ਹੀ ਹੈ, ਸੈਲਵੇਸ਼ਨ ਵੀ ਧਰਤੀ ਤੇ ਹੀ ਹੈ, ਰੱਬ ਦਾ ਮਿਲਾਪ।
ਜਿੰਨੀ ਕੁ ਗੱਲ ਸਾਨੂੰ ਦਿੱਤੀ ਨਾ ਗੁਰੂ ਸਾਹਿਬ ਨੇ, ਇੱਥੇ ਹੀ ਸਾਰੇ ਮਸਲੇ ਹੱਲ ਹੋ ਜਾਂਦੇ ਨੇ। ਗੁਰੂ ਬਾਣੀ ਦਾ ਸਾਰਾ ਜ਼ੋਰ ਕਿਹਦੇ ਤੇ ਲੱਗਾ ਹੈ? ਵੀ ਬੰਦੇ ਦੇ ਵਿੱਚੋਂ ਸੱਚ ਆ ਜਾਏ, ਸੰਤੋਖ ਆ ਜਾਏ, ਦਇਆ, ਧਰਮ, ਪਰਉਪਕਾਰ, ਤੇ ਰੱਬ ਦੇ ਕਿਹੜੇ ਕਿਹੜੇ ਗੁਣ ਆ ਜਾਣ। ਜਿਵੇਂ ਇਕੁਐਲਿਟੀ ਆ ਜਾਏ, ਇੱਕ ਓਂਕਾਰ ਤੋਂ ਮਿਲਦਾ ਹੈ, ਤੇ ਜਿਹੜਾ ਸਤਨਾਮ ਹੈ ਉਹਦੇ ਚੋਂ ਅਨੈਸਟੀ, ਲਾਇਲਟੀ, ਜਿਹੜੀ ਟਰੁੱਥ, ਰਾਈਚਸਨੈਸ, ਧਰਮ ਦੇ ਸਾਰੇ ਜਿੰਨੇ ਇੰਟੈਗ੍ਰਿਟੀ, ਬੰਦੇ ਦੀ ਨੀਅਤ ਸਾਫ਼ ਹੋ ਜਾਣੀ। ਨਾਨਕ ਘਰ ਬੈਠਿਆਂ ਸ਼ੋ ਪਾਈ ਹੈ, ਜੇ ਨੀਅਤ ਰਾਸ ਕਰੇ। ਤੇ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਕਰਤਾ ਪੁਰਖ, ਜਿਹਦੇ 'ਚ ਧਰਮ ਦੀ ਕਿਰਤ ਆ ਜਾਂਦੀ, ਕ੍ਰੀਏਟੀਵਿਟੀ ਆ ਜਾਂਦੀ, ਹੋਰ ਗੁਣ ਇਨੋਵੇਟਿਵ ਹੋ ਕੇ ਸਮਾਜ ਦੇ ਸੋਲੂਸ਼ਨ ਲੱਭਣੇ। ਇਸੇ ਤਰ੍ਹਾਂ ਨਿਰਭਉ ਸੰਗ ਤੁਮਾਰੇ ਬਸਤੇ, ਇਹ ਡਰਨ ਕਹਾਂ ਤੇ ਆ ਨਿਰਭਉ ਤੋਂ ਸਾਨੂੰ ਸਾਰੇ ਗੁਣ ਜਿਹੜੇ ਡਿਪਰੈਸ਼ਨ ਤੇ ਐਂਜ਼ਾਇਟੀ ਤੋਂ ਸਾਨੂੰ ਉੱਚੇ ਲੈ ਜਾਂਦੇ ਨੇ। ਇਸੇ ਤਰ੍ਹਾਂ ਨਿਰਵੈਰਤਾ, ਜਿਹਦੇ ਨਾਲ ਸਾਨੂੰ ਦੁਨੀਆ ਦੇ ਅੰਦਰ ਲਿਵ ਐਂਡ ਲੈਟ ਲਿਵ, ਵੀ ਹਿਊਮੈਨਿਟੀ ਨੂੰ ਪਿਆਰ ਕਰੋ, ਤੁਸੀਂ ਕਿਸੇ ਨਾਲ ਵੀ ਵੈਰ ਨਹੀਂ ਕਰਨਾ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਤੇ ਅਕਾਲ ਮੂਰਤ ਤੋਂ ਰੱਬ ਦੇ ਉੱਤੇ ਕੋਈ ਟਾਈਮ ਅਸਰ ਨਹੀਂ ਕਰਦਾ, ਤੇ ਅਸੀਂ ਆਪਣੀ ਪਰਸਨੈਲਿਟੀ ਨੂੰ ਇਸ ਤਰੀਕੇ ਨਾਲ ਜਿਹੜਾ ਬਣਾਉਣਾ ਹੈ, ਔਰ ਅਭਿਆਸ ਨਾਲ, ਗੁਰਬਾਣੀ ਦੇ ਅਭਿਆਸ ਨਾਲ, ਵੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ, ਤੇ ਨਹਿ ਨਿੰਦਿਆ ਨਹਿ ਉਸਤਤ ਜਾਂਕੈ, ਲੋਭ ਮੋਹ ਅਭਮਾਨਾ, ਹਰਕ ਸੋਖ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਇਹ ਸਾਰੀਆਂ ਖੂਬੀਆਂ ਪੈਦਾ ਹੋ ਜਾਣ, ਸਟੇਬਿਲਿਟੀ ਆ ਜਾਏ ਸਾਡੀ ਪਰਸਨੈਲਿਟੀ ਦੇ ਵਿੱਚ। ਤੇ ਇਸੇ ਤਰ੍ਹਾਂ ਅਜੂਨੀ ਦਾ ਮਤਲਬ ਜਿਉਂਦਿਆਂ ਹੀ ਅਸੀਂ ਕਿਸੇ ਜੂਨੀ 'ਚ ਨਹੀਂ, ਅਸਲ ਵਿੱਚ ਹਿਊਮੈਨਿਟੇਰੀਅਨ, ਹਿਊਮਨ ਵੈਲਿਊਜ਼ ਦੇ ਉੱਤੇ ਜਿਹੜਾ ਕੰਸਨਟ੍ਰੇਟ ਕਰਕੇ ਮੋਰੈਲਿਟੀ, ਐਥਿਕਲੀ ਅਸੀਂ ਗੁੱਡ ਲਾਈਫ ਬਤੀਤ ਕਰਨੀ ਹੈ। ਤੇ ਜਿਹੜਾ ਸੈਵੰਗ ਦਾ ਮਤਲਬ ਸੈਲਫ ਇਲੂਮੀਨੇਟਿਡ ਹੈ, ਅਸੀਂ ਇਮੋਸ਼ਨਲੀ ਇੰਡੀਪੈਂਡੈਂਸ ਹਾਸਲ ਕਰਨੀ ਹੈ, ਇਕਨੋਮਿਕਲੀ ਤੇ ਹਰ ਪੱਖੋਂ ਇੰਡੀਪੈਂਡੈਂਸ ਦੇ ਲਈ ਅੰਦਰੋਂ ਜਿਹੜਾ ਰੱਬ ਦੇ ਉੱਤੇ ਆਸਰਾ ਰੱਖਣਾ ਹੈ। ਤੇ ਗੁਰਪ੍ਰਸਾਦ, ਗੁਰੂ ਦੀ ਕਿਰਪਾ ਨਾਲ, ਕਹਿਣ ਦਾ ਮਤਲਬ ਜਿਹਦੇ ਅੰਦਰ ਇੰਨੀਆਂ ਸਾਰੀਆਂ ਖੂਬੀਆਂ ਪੈਦਾ ਹੋ ਜਾਣ, ਉਹ ਫਿਰ ਧਰਤੀ ਤੇ ਹੀ ਰੱਬ ਵਰਗਾ ਹੈ। ਉਹਨੂੰ ਕਿਸੇ ਹੋਰ ਸੈਲਵੇਸ਼ਨ ਦੀ ਲੋੜ ਹੀ ਨਹੀਂ ਰਹੇਗੀ। ਤੁਸੀਂ ਵੇਖੋ, ਇੱਕ ਅੱਜ ਨਾ ਦੋ ਤਰ੍ਹਾਂ ਦੇ ਧੜੇ ਨੇ, ਕਿਉਂਕਿ ਰਾਤੀ ਵੀ ਇੱਕ ਅਰਜ਼ ਕੀਤੀ ਸੀ, ਜਿਹੜੀਆਂ ਵਿਆਖਿਆਵਾਂ ਨੇ ਵੱਖ-ਵੱਖ ਸੰਸਥਾਵਾਂ ਆਪਣੇ ਮੁਤਾਬਕ ਕਰ ਰਹੀਆਂ, ਤੇ ਸਾਡੇ ਕੋਲ ਜਿਹੜੀਆਂ ਸੰਸਥਾਵਾਂ ਦੀ ਫੋਲੋਇੰਗ ਤੇ ਹੈਗੀ ਏ, ਮੈਨੂੰ ਮਾਫ ਕਰਨਾ, ਰਾਤੀ ਮੈਂ ਅਰਜ਼ ਕੀਤੀ ਸੀ, ਵੱਖ-ਵੱਖ ਮਾਡਲ ਨੇ ਸਿੱਖੀ ਦੇ, ਜਿਹਦੇ 'ਚ ਕੋਈ ਟਕਸਾਲੀ ਵੀਰ ਹੈ, ਕੋਈ ਅਖੰਡ ਕੀਰਤਨੀ, ਜਾਂ ਕੋਈ ਨਿਹੰਗ ਸਿੰਘ ਹੈ, ਕੋਈ ਹੋਰ ਜਥੇਬੰਦੀ, ਕੋਈ ਮਿਸ਼ਨਰੀ ਹੈ, ਕੋਈ ਜਿਹੜਾ ਅਸਲ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਨਾਲ ਜੁੜਿਆ ਹੈ। ਤੇ ਗੁਰੂ ਗ੍ਰੰਥ ਸਾਹਿਬ ਦਾ ਪਿਓਰ ਸਿੱਖ ਮਾਰਕੀਟ 'ਚ ਅਵੇਲੇਬਲ ਹੀ ਨਹੀਂ, ਜਿਹੜਾ ਅਸਲ ਦੇ ਵਿੱਚ ਉਹ ਕਿਸੇ ਨਾ ਕਿਸੇ ਬੰਦੇ ਨਾਲ ਜੁੜਿਆ, ਜਾਂ ਕਿਸੇ ਪ੍ਰਚਾਰਕ ਤੋਂ ਉਹਨੇ ਫੋਲੋ ਕੀਤਾ ਹੋਇਆ। ਤੇ ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਸੀਂ ਪੜ੍ਹਦੇ ਹੀ ਨਹੀਂ, ਤੇ ਉਹ ਜਿਹੜਾ ਆਪਣਾ ਸੈਲਫ ਐਕਸਪੀਰੀਅੰਸ ਨਾ ਹੋਣ ਕਰਕੇ ਅਸੀਂ ਥਿਊਰੀਜ਼ ਦੂਜਿਆਂ ਕੋਲੋਂ ਕੈਰੀ ਕੀਤੀਆਂ ਹੋਈਆਂ, ਉਹਦੇ ਮੁਤਾਬਕ ਹੀ ਅਸੀਂ ਕਿਸੇ ਨਾਲ ਬਹਿਸ ਪੈਂਦੇ ਹਾਂ, ਸਾਡੇ ਵਿਚਾਰ ਨਹੀਂ ਮਿਲਦੇ। ਵੈਸੇ ਤੇ ਸਾਰਿਆਂ ਨਾਲ ਹੀ ਵਾਪਰਿਆ, ਜਿਸਸ ਤੋਂ ਬਾਅਦ ਕ੍ਰਿਸਚੈਨਿਟੀ ਦੀਆਂ ਸੈਂਕੜੇ ਬ੍ਰਾਂਚਿਸ ਬਣ ਗਈਆਂ। ਇਸੇ ਤਰ੍ਹਾਂ ਜਿਹੜਾ ਮੁਸਲਮਾਨਾਂ ਦੇ ਅੰਦਰ ਬਹੁਤ ਸਾਰੇ ਧੜੇ ਨੇ, ਸਿੱਖਾਂ ਦੇ ਵੀ ਹੈਗੇ ਨੇ, ਤੇ ਸਾਰੇ ਅਸੀਂ ਕਲੇਮ ਕੀ ਕਰਨੇ ਆ, ਸਭ ਕਹਤੇ ਹੈ ਪਾਇਆ, ਘਾਟ ਨਾ ਕਿ ਨਹੀਂ ਕਹਾਇਆ, ਵੀ ਆਪਾਂ ਘੱਟ ਨਹੀਂ ਸਮਝਦੇ, ਕਿਉਂਕਿ ਇਹ ਟੈਂਡੈਂਸੀ ਹੈ, ਹਿਊਮਨ ਟੈਂਡੈਂਸੀ ਹੈ, ਬੰਦਾ ਇਸ ਤਰੀਕੇ ਦੇ ਨਾਲ ਜਿਉਂਦਾ ਹੈ। ਤੇ ਗੁਰੂ ਸਾਹਿਬ ਜੀ ਨੇ ਜਦੋਂ ਬਾਬਾ ਬੁੱਢਾ ਜੀ ਦੇ ਨਾਲ ਗੱਲਬਾਤ ਕੀਤੀ ਹੋਏਗੀ ਨਾ, ਇਸ ਤੋਂ ਵੀ ਅੱਗੇ ਨਿਕਲ ਕੇ, ਕਿਉਂਕਿ ਗੁਰੂ ਸਾਹਿਬ ਜਦੋਂ ਤਕਰੀਰ ਕਰਦੇ ਹੋਣਗੇ, ਤੇ ਜਿਹੜੇ ਲੋਕ ਸਹਿਮ ਭਰਮ ਦੇ ਵਿੱਚ ਜੀ ਰਹੇ ਨੇ, ਵੀ ਰੋਜ਼ ਬਾਬਾ ਬੁੱਢਾ ਜੀ ਨੇ ਜੇ ਵੇਖਿਆ ਵੀ ਫਸਲਾਂ ਉਜਾੜ ਦਿੱਤੀਆਂ, ਉਹਨਾਂ ਨੇ ਵੀ ਵੇਖਿਆ ਹੋਣਾ ਵੀ ਸੈਂਕੜੇ ਬੰਦਿਆਂ ਨੂੰ ਕਤਲ ਕਰ ਦਿੱਤਾ ਗਿਆ, ਪਿੰਡਾਂ ਦੇ ਵਿੱਚੋਂ ਜਦੋਂ ਫੌਜਾਂ ਲੰਘਦੀਆਂ ਸੀ, ਔਰਤਾਂ ਦੀਆਂ ਇੱਜ਼ਤਾਂ ਲੁੱਟੀਆਂ ਜਾਂਦੀਆਂ ਸਨ, ਤੇ ਉਦੋਂ ਜਦੋਂ ਕੋਈ ਸੋਲਿਊਸ਼ਨ ਨਹੀਂ ਸੀ, ਮਨੁੱਖਤਾ ਸਹਿਮੀ ਹੋਈ ਹੈ। ਤੇ ਗੁਰੂ ਨਾਨਕ ਸਾਹਿਬ ਫਿਰ ਘਰ ਘਰ ਦੇ ਵਿੱਚ ਜਿਹੜੇ ਆਪ ਜਦੋਂ ਤਸ਼ਰੀਫ ਰੱਖਦੇ ਨੇ, ਪਿੰਡ ਤੋਂ ਪਿੰਡ ਜਾ ਕੇ, ਵਿਲੇਜ ਟੂ ਵਿਲੇਜ, ਤੇ ਉੱਥੇ ਜਦੋਂ ਗੁਰੂ ਸਾਹਿਬ ਜੀ ਨੇ ਲੋਕਾਂ ਨੂੰ ਸਮਝਾਇਆ ਹੋਏਗਾ ਵੀ ਤੁਸੀਂ ਆਪਸੀ ਏਕਤਾ ਨਾਲ ਰਹੋ, ਤੁਹਾਡੇ ਅੰਦਰ ਹੀ ਰੱਬ ਵਸਦਾ ਹੈ, ਤੁਸੀਂ ਬਹਾਦਰ ਬਣੋ, ਤੇ ਪਹਿਲੇ ਜਾਮੇ ਤੋਂ ਹੀ ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ ਹੋ, ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਉਹ ਸਾਰਾ ਫਲਸਫਾ ਵੇਖ ਕੇ ਨਾ ਬਾਬਾ ਬੁੱਢਾ ਜੀ ਨੇ ਆਪਣੀ, ਜਿਨ੍ਹਾਂ ਦਾ ਨਾਂ ਤੇ ਬੂੜਾ ਸੀ, ਤੇ ਗੁਰੂ ਸਾਹਿਬ ਜੀ ਕਹਿਣ ਲੱਗੇ, ਬੂੜਿਆ ਤੇਰੇ ਅੰਦਰ ਬਜ਼ੁਰਗੀ ਝਲਕਦੀ ਹੈ,
ਕਈ ਵਾਰੀ ਤੇ ਬਜ਼ੁਰਗਾਂ ਦੇ ਅੰਦਰ ਵੀ ਬਜ਼ੁਰਗੀ ਨਹੀਂ ਝਲਕਦੀ ਅਸਲ ਦੇ ਵਿੱਚ। ਤੇ ਇੱਥੇ ਉਹ ਸਮੇਂ ਤੋਂ ਲੈ ਕੇ ਸਦਾ ਲਈ ਆਪਣਾ ਆਪਾ ਸਮਰਪਿਤ ਕਰ ਦਿੱਤਾ। ਉਹਨਾਂ ਨੇ ਵੇਖਿਆ ਵੀ ਜਿਹੜੀ ਹਿਊਮੈਨਿਟੀ ਦੀ ਸੇਵਾ ਦਾ ਇਸ ਤੋਂ ਵਧੀਆ ਰਾਹ ਨਹੀਂ ਹੋ ਸਕਦਾ ਜੋ ਗੁਰੂ ਸਾਹਿਬ ਜੀ ਨੇ ਦਰਸਾਇਆ। ਰੱਬ ਦੇ ਦਰਸ਼ਨ ਕਰਨ ਦਾ ਇਸ ਤੋਂ ਵਧੀਆ ਭਰਮ ਭੁਲੇਖੇ ਕੱਢਣ ਦਾ ਰਾਹ ਨਹੀਂ ਹੋ ਸਕਦਾ ਜਿਹੜਾ ਗੁਰੂ ਸਾਹਿਬ ਜੀ ਨੇ ਦਰਸਾਇਆ। ਇੱਥੇ ਤੁਹਾਡੇ ਵਿੱਚੋਂ ਕੁਝ ਲੋਕ ਨੋ ਡਾਊਟ ਵੀ ਸੰਗਤ ਦੇ ਵਿੱਚ ਕੁਝ ਜਿਹੜੇ ਗੁਰਸਿੱਖ ਨੇ ਉਹ ਆਤਮਾ ਨੂੰ ਮੰਨਦੇ ਹੋਣਗੇ, ਕੁਝ ਨਹੀਂ ਮੰਨਦੇ ਹੋਣਗੇ, ਪੜ੍ਹੇ ਲਿਖੇ ਕਈ ਵੀ ਨਹੀਂ ਵੀ ਮਿਲਦੇ ਤਾਂ ਵੀ ਉਹ ਗੁਰਦੁਆਰੇ ਆਉਂਦੇ ਨੇ। ਦੋਵਾਂ ਹਾਲਾਤਾਂ ਦੇ ਵਿੱਚ ਹੀ ਨਾ ਸਾਨੂੰ ਚੰਗਾ ਇਨਸਾਨ ਬਣਨ ਦੇ ਲਈ ਪ੍ਰੇਰਨਾ ਕੀਤੀ ਗਈ, ਜਿੰਨਾ ਵੀ ਫਲਸਫਾ ਹੈ। ਹੋਰ ਸਾਡੇ ਕੋਲ ਕੋਈ ਰਾਹ ਨਹੀਂ, ਬਾਕੀ ਤੇ ਬਹਿਸ ਹੀ ਹੈ ਵੀ, ਕਿਉਂਕਿ ਐਕਸਪੀਰੀਅੰਸ ਤੇ ਹੈ ਨਹੀਂ। ਤੇ ਜੇ ਚੰਗੇ ਇਨਸਾਨ ਹੋਵਾਂਗੇ ਨਾ, ਤੇ ਜੇ ਕਿਧਰੇ ਆਵਾਗੁਣ ਤਾਂ ਵੀ ਜਿਹੜੀ ਸਾਡੀ ਬੰਦ ਖਲਾਸੀ ਹੋ ਜਾਏਗੀ, ਤੇ ਜੇ ਨਹੀਂ ਤਾਂ ਵੀ, ਕਿਉਂਕਿ ਇਹਨੂੰ ਮੈਂ ਫਾਈਨਲਾਈਜ਼ ਨਹੀਂ, ਕਿਉਂਕਿ ਕੁਦਰਤ ਦੇ ਬਹੁਤ ਸਾਰੇ ਜਵਾਬ ਨੇ, ਨਾ ਸਾਇੰਸ ਵੱਲੋਂ ਦਿੱਤੇ ਗਏ ਨੇ ਤੇ ਨਾ ਧਰਮ ਵੱਲੋਂ ਵੀ ਜਿਹੜੇ ਪੂਰੇ ਫਾਈਨਲਾਈਜ਼ ਨਹੀਂ ਕੀਤਾ ਗਿਆ। ਪਰ ਬੰਦੇ ਨੂੰ ਚੰਗਾ ਇਨਸਾਨ ਬਣਨ ਦੇ ਲਈ ਬੜੀ ਵੱਡੀ ਪ੍ਰੇਰਨਾ ਗੁਰੂ ਸਾਹਿਬ ਜੀ ਨੇ ਦੇ ਦਿੱਤੀ। ਇਹ ਭੁਲੇਖਾ ਜਿਹੜਾ ਗੁਰੂ ਸਾਹਿਬ ਜੀ ਨੇ ਕੱਢ ਦਿੱਤਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ, ਇਹ ਨਾਨਕ ਏਵ ਨਾ ਜਾਪਈ ਕਿੱਥੇ ਜਾਹੇ ਸਮਾਹੇ। ਇੱਥੇ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਦੇ ਕੋਲ ਰਹਿੰਦਿਆਂ ਫਲਸਫਾ ਸਮਝਿਆ, ਸਾਰੀ ਮਨੁੱਖਤਾ ਦੇ ਵਿੱਚ ਰੱਬ ਵੇਖਣ ਦਾ ਅਭਿਆਸ ਕੀਤਾ, ਬਾਣੀ ਦੇ ਨਾਲ ਜੁੜੇ ਹੋਏ। ਗੁਰੂ ਸਾਹਿਬ ਜੀ ਨੇ ਇੰਨੇ ਕੁ ਗੁਰੂ ਸਾਹਿਬ ਦੇ ਨਾਲ ਲੀਨ ਹੋ ਗਏ ਵੀ ਜਦੋਂ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ, ਜਦੋਂ ਧੰਨ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਜਦੋਂ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਬਾਬਾ ਬੁੱਢਾ ਜੀ ਸਾਰੀਆਂ ਗੁਰਤਾ ਗੱਦੀ ਵਾਲੀਆਂ ਰਸਮਾਂ ਜਿਹੜੀਆਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ, ਗੁਰੂ ਅੰਗਦ ਸਾਹਿਬ ਜੀ ਦੇ ਸਾਹਮਣੇ, ਗੁਰੂ ਅਮਰਦਾਸ ਜੀ ਦੇ ਸਾਹਮਣੇ ਕਰਦੇ ਰਹੇ। ਤੇ ਜਿੱਦਣ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਤਿਆਰ ਕੀਤਾ, ਤੇ ਤੁਹਾਨੂੰ ਪਤਾ ਸਭ ਤੋਂ ਪਹਿਲੇ ਗ੍ਰੰਥੀ ਜਿਨ੍ਹਾਂ ਦਾ ਜੀਵਨ ਇੰਨਾ ਉੱਚਾ ਸੁੱਚਾ ਹੈ, ਗੁਰੂ ਸਿੱਖ ਸਿੱਖ ਗੁਰੂ ਹੈ, ਏਕੋ ਗੁਰੂ ਉਪਦੇਸ਼ ਚਲਾਏ। ਗੁਰੂ ਸਾਹਿਬ ਜੀ ਛਤਰ ਛਾਇਆ ਹੇਠ ਬਾਬਾ ਬੁੱਢਾ ਜੀ ਪਹਿਲੀ ਵਾਰੀ ਜਿਹੜੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ, ਗੁਰੂ ਘਰ ਦੇ ਗ੍ਰੰਥੀ ਸਿੰਘ ਜਿਹੜੇ ਥਾਪੇ ਗਏ, ਤੇ ਗੁਰੂ ਸਾਹਿਬ ਜੀ ਬੜੀ ਉਹਨਾਂ ਦੀ ਰਿਸਪੈਕਟ ਕਰਦੇ ਸਨ। ਇੱਥੇ ਇੱਕ ਹੋਰ ਗੱਲ ਵੀ ਸਮਝਣ ਵਾਲੀ ਹੈ। ਵੇਖੋ ਜਿਹੜਾ ਗੁਰੂ ਸਾਹਿਬ ਜੀ ਦੀ ਸ਼ਰਨ 'ਚ 1518 ਦੇ ਵਿੱਚ ਆਏ ਸਨ, ਤੇ ਤਕਰੀਬਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ 1604 ਦੇ ਵਿੱਚ ਜਿਹੜਾ ਸੰਪੂਰਨਤਾ ਹੋ ਗਈ ਸੀ। ਇੰਨੇ ਸਾਲ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਟ੍ਰੇਨਿੰਗ ਲੈਣ ਤੋਂ ਬਾਅਦ ਉਹਨਾਂ ਨੂੰ ਗੁਰੂ ਘਰ ਦਾ ਗ੍ਰੰਥੀ ਜਿਹੜਾ ਥਾਪਿਆ ਗਿਆ, ਤੇ ਉਹਨਾਂ ਦਾ ਜੀਵਨ ਟੋਟਲੀ ਬਾਣੀ ਦੇ ਮੁਤਾਬਕ ਸੀ। ਤੇ ਇੰਨਾ ਜ਼ਿਆਦਾ ਸੀ, ਕਈ ਵਾਰੀ ਤੁਸੀਂ ਵੇਖੋ ਜਦੋਂ ਬਾਬਾ ਪ੍ਰਿਥੀ ਚੰਦ ਜੀ ਗੱਦੀ ਲਾ ਲੈਂਦੇ ਨੇ ਤੇ ਗੁਰੂ ਘਰ ਦੀ ਰਸਦ ਪਾਣੀ ਆਪ ਰੱਖਦੇ ਨੇ, ਤੇ ਦਰਸ਼ਨ ਕਰਨ ਵਾਸਤੇ ਸੰਗਤਾਂ ਗੁਰੂ ਅਰਜਨ ਸਾਹਿਬ ਜੀ ਕੋਲ ਆਉਂਦੀਆਂ, ਤੇ ਬਾਬਾ ਬੁੱਢਾ ਜੀ ਮੰਜੀ ਸਾਹਿਬ ਵਾਲੀ ਥਾਂ ਤੇ ਖਲੋ ਕੇ ਕਹਿੰਦੇ ਨੇ, ਸੰਗਤੋ ਅਸਲ ਦੇ ਵਿੱਚ ਗੁਰਤਾ ਗੱਦੀ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਹੈ, ਤੇ ਬਾਬਾ ਪ੍ਰਿਥੀ ਚੰਦ ਜੀ ਤੁਹਾਡੇ ਨਾਲ ਫਰੇਬ ਛਲ ਕਰ ਰਹੇ ਨੇ। ਇਹਨਾਂ ਦੇ ਅੰਦਰ ਸਮਰਪਣ ਉਹਨਾਂ ਨਹੀਂ ਗੁਰੂ ਰਾਮਦਾਸ ਜੀ ਨੇ ਵੇਖਿਆ, ਤੇ ਇਸ ਕਰਕੇ ਸੱਚੇ ਗੁਰੂ ਧੰਨ ਗੁਰੂ ਅਰਜਨ ਸਾਹਿਬ ਜੀ ਨੇ। ਤੇ ਉਹਨਾਂ ਦੇ ਵੇਖੋ ਜੀਵਨ ਦੇ ਵਿੱਚ ਉਹਨਾਂ ਦੀ ਸੌਫਟ ਪਾਵਰ ਕਿੰਨੀ ਸੀ। ਤੇ ਉਸ ਸਮੇਂ ਸੰਗਤ ਨੇ ਇੱਕਦਮ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਆਉਣਾ ਸ਼ੁਰੂ ਕਰ ਦਿੱਤਾ। ਜਿਹੜੇ 2-4 ਸਰੀਰ ਉਹਨਾਂ ਨਾਲ ਜੁੜੇ ਸਨ ਉਹ ਵੀ ਆ ਗਏ। ਇਹ ਸੀ ਗੁਰੂ ਘਰ ਦੇ ਗ੍ਰੰਥੀ ਦਾ ਜੀਵਨ, ਤੇ ਗੁਰੂ ਸਾਹਿਬ ਜੀ ਨੇ ਵੀ ਬੜਾ ਸਤਿਕਾਰ ਦਿੱਤਾ। ਅੱਜ ਨਾ ਗੁਰੂ ਘਰਾਂ ਦੇ ਵਿੱਚ ਅਸੀਂ ਵੀ ਕਈ ਵਾਰੀ ਕਹਿੰਦੇ ਆ, ਅਸੀਂ ਇੱਕ ਸ਼ਬਦ ਵਰਤ ਲੈਂਦੇ ਆ, ਮਹਾਰਾਜ ਦਾ ਵਜ਼ੀਰ। ਹਾਲਾਂਕਿ ਮੈਂ ਆਪਣੇ, ਕਿਉਂਕਿ ਸਾਨੂੰ ਵੀ ਇਹ ਸੇਵਾ ਤੇ ਕਰਨ ਦਾ ਮੌਕਾ ਮਿਲਦਾ, ਤੇ ਆਮ ਕਰਕੇ ਰਾਜਿਆਂ ਕੋਲ ਮੰਤਰੀ ਹੁੰਦੇ ਸੀ। ਮੰਤਰੀ ਦਾ ਮਤਲਬ ਹੁੰਦਾ ਸਲਾਹਕਾਰ। ਵੈਸੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਸਲਾਹਕਾਰ ਦੀ ਲੋੜ ਨਹੀਂ ਹੈ। ਇੱਥੇ ਤੇ ਇੱਕ ਗੁਰਸਿੱਖ ਦੇ ਨਾਤੇ ਜਿਹੜਾ ਹਾਜ਼ਰ ਹੋਇਆ ਜਾ ਸਕਦਾ। ਭਾਵੇਂ ਹੁਣ ਜੇ ਪ੍ਰੋਫੈਸ਼ਨ ਦੇ ਵਿੱਚ, ਵੈਸੇ ਸਾਰੇ ਸਿੱਖਾਂ ਨੂੰ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਵੀ ਸਾਰਿਆਂ ਨੂੰ ਆਪ ਬਾਣੀ ਪੜ੍ਹਨੀ ਚਾਹੀਦੀ, ਵਿਚਾਰਨੀ ਚਾਹੀਦੀ ਹੈ। ਇੱਥੋਂ ਤੱਕ ਵੀ ਕਈ ਵਾਰੀ ਅਸੀਂ ਸੋਚ ਲੈਂਦੇ ਆ ਵੀ ਕੱਲਾ ਮੱਥਾ ਟੇਕਦੀ ਹੈ, ਹਾਜ਼ਰੀ ਲੱਗ ਗਈ। ਇੱਕ ਵਾਰੀ ਨਾ ਸਿੱਖਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਇੰਦਰ ਕੁਮਾਰ ਗੁਜਰਾਲ ਨੇ ਇੱਕ ਗੱਲ ਕਹੀ ਸੀ ਕਿ ਸਿੱਖੋ, ਤੁਸੀਂ ਕਦੇ ਵੀ ਅਨਪੜ੍ਹ ਨਹੀਂ ਹੋ ਸਕਦੇ, ਕਿਉਂਕਿ ਤੁਹਾਡੇ ਗੁਰੂ ਸਾਹਿਬ ਨੇ ਬੜਾ ਵੱਡਾ ਡਿਸੀਜ਼ਨ ਲਿਆ, ਤੇ ਉਹ ਵੱਡਾ ਡਿਸੀਜ਼ਨ ਨੇ ਵੀ ਸ਼ਬਦ ਨੂੰ ਗੁਰੂ ਦਿੱਤਾ, ਜਿਹੜਾ ਦਾ ਪਦਵੀ ਦਿੱਤੀ। ਤੇ ਜਿਹਦਾ ਗੁਰੂ ਹੀ ਸ਼ਬਦ ਹੋਵੇ ਨਾ,
ਉਹ ਸਿੱਖ ਕਦੇ ਅਨਪੜ੍ਹ ਨਹੀਂ ਹੋ ਸਕਦਾ। ਕਿਉਂਕਿ ਤੁਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਓ, ਤੁਹਾਨੂੰ ਕਹਿੰਦੇ ਨੇ ਟੱਲ ਖੜਕਾ ਦਿਓ, ਮੱਥਾ ਟੇਕ ਦਿਓ, ਤੁਹਾਡੀ ਹਾਜ਼ਰੀ ਲੱਗ ਗਈ ਵੀ ਰੱਬ ਦੇ ਦਰ ਤੇ ਤੁਸੀਂ ਇਹਦਾ ਜਿਹੜਾ ਕੋਈ ਤੁਹਾਨੂੰ ਸ਼ਵਾਬ ਵੱਖਰਾ ਮਿਲੇਗਾ। ਪਰ ਗੁਰੂ ਸਾਹਿਬ ਜੀ ਨੇ ਕਿਹਾ ਵੀ ਨਹੀਂ, ਕੱਲਾ ਮੱਥਾ ਟੇਕਣ ਦੇ ਨਾਲ ਹਾਜ਼ਰੀ ਨਹੀਂ ਲੱਗਦੀ। ਸੀਸ ਨਿਵਾਇਆ ਕਿਆ ਥੀਐ ਜਾਂ ਰਿਦਕ ਸੁਦੇ ਜਾਏ। ਜੇ ਗੁਰੂ ਸਾਹਿਬ ਜੀ ਦੀ ਆਈਡੀਓਲੋਜੀ ਨੂੰ ਅਪਣਾਇਆ ਨਹੀਂ ਜ਼ਿੰਦਗੀ ਦੇ ਵਿੱਚ, ਫਿਰ ਗੁਰੂ ਸਾਹਿਬ ਜੀ ਨੇ ਕਿਹਾ ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਉਪਜਿਓ ਭਾਵ। ਵੀ ਗੁਰੂ ਦੇ ਇਹਨਾਂ ਬਚਨਾਂ ਤੇ ਯਕੀਨ ਨਹੀਂ ਆਇਆ ਤੇ ਸ਼ਬਦ ਨਾਲ ਪ੍ਰੇਮ ਨਹੀਂ ਪੈਦਾ ਹੋਇਆ। ਹੁਣ ਤੁਸੀਂ ਵੇਖੋ, ਜੇ ਪ੍ਰੈਕਟੀਕਲ ਵੇਖੀਏ ਨਾ, ਅਸੀਂ ਬਾਬਾ ਬੁੱਢਾ ਜੀ ਗੁਰੂ ਸਾਹਿਬ ਨਾਲ ਰਹੇ, ਅਸੀਂ ਕਈ ਵਾਰੀ ਕਹਿੰਦੇ 6 ਵਾਰੀ ਉਹਨਾਂ ਨੇ ਦਰਸ਼ਨ ਕੀਤੇ, 6 ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ। ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਅੱਜ ਅਸੀਂ 35 ਮਹਾਂਪੁਰਸ਼ਾਂ ਦੇ ਦਰਸ਼ਨ ਕਰ ਸਕਦੇ ਹਾਂ ਵੀ ਅਸੀਂ। ਇਸ ਕਰਕੇ ਕਈ ਵਾਰੀ ਨਾ ਗੁਰੂ ਸਾਹਿਬ ਨੇ ਜਿਹੜਾ ਸ਼ਬਦ ਦੇ ਲੜ ਲਾਇਆ ਨਾ, ਬੜਾ ਇੰਟੈਲੈਕਚੁਅਲ ਪੱਧਰ ਦਾ ਜਿਹੜਾ ਫੈਸਲਾ ਹੈ। ਆਮ ਬੰਦਾ ਇਸ ਗੱਲ ਨੂੰ, ਇਸ ਮਹਿਮਾ ਨੂੰ ਪਹਿਚਾਨ ਨਹੀਂ ਸਕਦਾ। ਇਸ ਕਰਕੇ ਇੱਕ ਵਿਦਵਾਨ ਕਹਿੰਦਾ, ਜਿੱਦਣ ਦੀ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਹੈ ਨਾ, ਸਿੱਖਾਂ ਦੀ ਬਹੁ ਗਿਣਤੀ ਵੱਲੋਂ ਕੋਈ ਨਾ ਕੋਈ ਦੇਹਧਾਰੀ ਗੁਰੂ ਲੱਭਿਆ ਜਾ ਰਿਹਾ ਵੀ ਕਿਸੇ ਨਾ ਕਿਸੇ ਸਾਧ ਦੇ ਚਰਨਾਂ ਦੇ ਨਾਲ, ਜਾਂ ਕਿਸੇ ਪ੍ਰਚਾਰਕ ਦੇ ਪਿੱਛੇ, ਜਾਂ ਕਿਸੇ ਨਾ ਕਿਸੇ ਬੰਦੇ ਦੇ ਪਿੱਛੇ, ਉਹਦੀ ਆਈਡੀਓਲੋਜੀ ਦੇ ਪਿੱਛੇ ਲੱਗੇ ਹੋਵਾਂਗੇ। ਇਸ ਕਰਕੇ ਕਈ ਵਾਰੀ ਸਾਡੇ ਅੰਦਰ ਇਹੋ ਜੀ ਸੋਚ ਬੈਠੀ ਹੁੰਦੀ। ਇੱਕ ਜਿਹੜੀ ਬੜੇ ਕਮਾਲ ਦੀ ਵਿਦਵਾਨ ਨੇ ਜ਼ਿਕਰ ਕੀਤਾ ਵੀ ਕਲਾਸਾਂ ਲਾਉਂਦਿਆਂ ਹੋਇਆ ਨਾ, ਇੱਕ ਨੌਜਵਾਨ ਬੱਚੀ ਨੇ ਸਵਾਲ ਕੀਤਾ। ਉਹ ਕਹਿਣ ਲੱਗੀ ਕਿੰਨਾ ਚੰਗਾ ਹੁੰਦਾ ਜੇ ਗੁਰੂ ਸਾਹਿਬ ਜੀ ਦੇ ਵਰੀ ਆ ਵੀਡੀਓ ਫਿਲਮਿੰਗ ਵਾਲਾ ਕੈਮਰਾ ਕਿਧਰੇ ਬਣਿਆ ਹੁੰਦਾ, ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਫੋਟੋ ਜਾਂ ਦੂਸਰੇ ਗੁਰੂ ਸਾਹਿਬਾਨ ਦੀਆਂ ਰੀਲਸ ਬਣਾ ਕੇ ਰੱਖ ਲੈਂਦੇ, ਤੇ ਜਦੋਂ ਦਿਲ ਕਰਦਾ ਤੇ ਅਸੀਂ ਔਨ ਕਰਕੇ ਵੇਖ ਲੈਂਦੇ ਵੀ ਆ ਗੁਰੂ ਨਾਨਕ ਸਾਹਿਬ ਜੀ ਬੋਲ ਰਹੇ ਨੇ, ਗੁਰੂ ਅੰਗਦ ਸਾਹਿਬ ਜੀ ਬੋਲ ਰਹੇ ਨੇ। ਕਹਿੰਦਾ ਸ਼ਰਧਾ ਬਸ ਸਾਨੂੰ ਇਹ ਗੱਲਾਂ ਸੁਣਨੀਆਂ ਚੰਗੀਆਂ ਲੱਗਦੀਆਂ, ਪਰ ਅਸੀਂ ਭੁੱਲ ਜਾਂਦੇ ਹਾਂ ਵੀ ਗੁਰੂ ਸਾਹਿਬ ਪ੍ਰਤੱਖ ਗੁਰੂ ਨੇ, ਗੁਰੂ ਗ੍ਰੰਥ ਸਾਹਿਬ ਵੀ ਗੁਰੂ ਸਾਹਿਬ ਕਿਧਰੇ ਗਏ ਨਹੀਂ। ਤੇ ਉਹਦੇ ਲਈ ਜਿਸ ਗੁਰੂ ਨੂੰ ਅਸੀਂ ਜ਼ਾਹਰਾ ਜ਼ਹੂਰ ਹਾਜ਼ਰਾ ਹੁਜ਼ੂਰ ਸਰਬ ਕਲਾ ਭਰਪੂਰ ਕਹਿੰਦੇ ਆ, ਉਹਦਾ ਕਾਰਨ ਹੈ ਅੱਜ ਅਸੀਂ ਗੁਰੂ ਸਾਹਿਬ ਜੀ ਨੂੰ ਕਿਵੇਂ, ਅਸੀਂ ਬਾਬਾ ਬੁੱਢਾ ਜੀ ਦੀ ਤਰ੍ਹਾਂ ਗੁਰੂ ਦੇ ਨਾਲ ਨਹੀਂ ਰਹਿਣ ਨੂੰ ਤਿਆਰ, ਗੁਰੂ ਸਾਹਿਬ ਜੀ ਦੀ ਉਹ ਸਟੱਡੀ ਕਰਨ ਵਾਸਤੇ, ਉਹ ਸੁਣਨ ਵਾਸਤੇ ਤਿਆਰ ਨਹੀਂ ਹਾਂ। ਅੱਜ ਜਿਵੇਂ ਸਾਡਾ ਜਿਹੜਾ ਗੁਰੂ ਸਾਹਿਬ ਪ੍ਰਤੀ ਸਤਿਕਾਰ ਹੈ ਨਾ, ਉਹ ਇਸ ਤਰ੍ਹਾਂ ਹੈ ਜਿਵੇਂ ਕੋਈ ਮਾਤਾ ਪਿਤਾ ਆਪਣੇ ਬੱਚੇ ਨੂੰ ਚੰਗਾ ਪੜ੍ਹਾ ਲਿਖਾ ਕੇ ਕਿਸੇ ਪੋਸਟ ਤੇ ਪਹੁੰਚਾਉਣ, ਉਹਦੀ ਜ਼ਿੰਦਗੀ ਸੈਟਲ ਕਰ ਦੇਣ, ਤੇ ਬੱਚਾ ਐਲਾਨ ਕਰੇ ਵੀ ਪਿਤਾ ਜੀ ਤੁਸੀਂ ਮੈਨੂੰ ਪੜ੍ਹਾਇਆ ਲਿਖਾਇਆ ਜ਼ਰੂਰ ਏ, ਉਹਦੇ ਲਈ ਮੈਂ ਤੁਹਾਨੂੰ ਚੰਗਾ ਘਰ ਦੇ ਦਿਆਂਗਾ, ਜਿਵੇਂ ਦੇ ਕੱਪੜੇ ਚਾਹੀਦੇ ਨੇ ਮੈਂ ਉਹਦਾ ਪ੍ਰਬੰਧ ਕਰ ਦਿਆਂਗਾ, ਜਿਵੇਂ ਦਾ ਤੁਹਾਨੂੰ ਲੰਗਰ ਪਾਣੀ ਚਾਹੀਦਾ ਉਹ ਵੀ ਦੇ ਦਿਆਂਗਾ। ਪਰ ਮੈਂ ਇੱਕ ਬੇਨਤੀ ਕਰਨਾ, ਹੁਣ ਮੈਂ ਪੜ੍ਹ ਲਿਖ ਕੇ ਸਿਆਣਾ ਹੋ ਚੁੱਕਾ ਤੇ ਇੰਡੀਪੈਂਡੈਂਟ ਹੋ ਚੁੱਕਾ, ਮੇਰੀ ਲਾਈਫ ਦੇ ਵਿੱਚ ਤੁਸੀਂ ਇੰਟਰਫੇਅਰ ਨਹੀਂ ਕਰਨਾ। ਤੇ ਸੇਮ ਕੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸੇ ਤਰ੍ਹਾਂ ਨਹੀਂ ਕਹਿ ਰਹੇ ਵੀ ਕੀਮਤੀ ਤੋਂ ਕੀਮਤੀ ਬਿਲਡਿੰਗਾਂ ਦੇ ਵਿੱਚ ਤੁਹਾਡਾ ਪ੍ਰਕਾਸ਼ ਕਰ ਦਿਆਂਗੇ, ਰੁਮਾਲੇ ਅਸੀਂ ਅਰਪਣ ਕਰ ਦਿਆਂਗੇ ਜਿੰਨੇ ਮਰਜ਼ੀ, ਲੰਗਰ ਕਈ ਵਾਰੀ ਜੇ 300 ਸਾਲਾ ਕਿਸੇ ਨੇ ਮਨਾਉਣਾ ਹੋਵੇ ਤਾਂ ਐਲਾਨ ਕਰਦਾ ਕੋਈ ਸਾਧ ਵੀ 300 ਕਿਸਮ ਦਾ ਲੰਗਰ ਬਣੇਗਾ ਜੀ। ਅਸਲ ਦੇ ਵਿੱਚ ਇਸੇ ਤਰ੍ਹਾਂ ਨਗਰ ਕੀਰਤਨਾਂ ਦੇ ਵਿੱਚੋਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਖਣ ਦਾ ਯਤਨ ਨਹੀਂ ਕਰਦੇ, ਵੀ ਉਹ ਆਈਡੀਓਲੋਜੀ, ਉਹ ਜਿਹੜਾ ਸ਼ਬਦ ਦਾ ਭਾਵ ਹੈ ਨਾ, ਉਹ ਸਾਡੇ ਚੋਂ ਮਿਸਿੰਗ ਹੈ। ਫਿਰ ਜਿਸ ਗੁਰੂ ਨੂੰ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਕਹਿੰਦੇ ਆ, ਕੇਵਲ ਰਿਚੁਅਲ ਸੈਰੀਮਨੀਜ਼ ਤੱਕ ਵੀ, ਜਾਂ ਤਾਂ ਜਨਮ ਦਿਨ ਹੋ ਗਿਆ ਉਦੋਂ ਹਾਜ਼ਰੀ ਭਰ ਲਈ ਕੋਈ ਸੁਖਮਨੀ ਸਾਹਿਬ ਦਾ ਪਾਠ, ਅਖੰਡ ਪਾਠ, ਜਾਂ ਵਿਆਹ ਸ਼ਾਦੀ ਹੋਇਆ, ਜਾਂ ਕੋਈ ਚੜ੍ਹਾਈ ਕਰ ਗਿਆ ਉਦੋਂ ਸਰਦਾ ਨਹੀਂ, ਉਦੋਂ ਬੰਦਾ ਜਿਹੜਾ ਅਖੰਡ ਪਾਠ ਕਰਾ ਲਿਆ। ਤੇ ਉਹਦੇ 'ਚ ਵੀ ਕੀ ਹੁੰਦਾ, ਤੁਸੀਂ ਘਰ ਦੇ ਵਿੱਚ ਜਦੋਂ ਪ੍ਰਕਾਸ਼ ਕਰਨਾ ਹੋਵੇ, ਕਈ ਵਾਰੀ 5-7 ਬੰਦੇ ਪਹਿਲੇ ਇਕੱਠੇ ਕਰਨੇ ਔਖੇ ਹੋਏ ਹੁੰਦੇ ਨੇ, ਤੇ ਘਰ ਦੇ ਵਿੱਚ ਜਾ ਕੇ ਅਸੀਂ ਸਹਿਜ ਪਾਠ ਲਈ, ਅਖੰਡ ਪਾਠ ਲਈ ਅਰਦਾਸਾ ਸੋਧਨੇ ਆ। ਉਸ ਤੋਂ ਬਾਅਦ ਪਰਿਵਾਰ ਦੇ ਮੈਂਬਰ ਪਹਿਲੀਆਂ 5 ਪੌੜੀਆਂ ਸੁਣਦੇ ਨੇ, ਤੇ ਜੇ ਕੋਈ ਵੱਧ ਛਾਲ ਮਾਰੇਗਾ ਤੇ ਜਪਜੀ ਸਾਹਿਬ ਦਾ ਪਾਠ ਸੁਣ ਲਏਗਾ। ਫਿਰ ਸਾਰੇ ਪਰਿਵਾਰ ਦੇ ਮੈਂਬਰ ਬਾਹਰ, ਵੀ ਪਤਾ ਨਹੀਂ ਕਿਸੇ ਪੰਡਤ ਨੇ ਕਿਹਾ ਵੀ ਜ਼ਿਆਦਾ ਬਾਣੀ ਨਹੀਂ ਸੁਣਨੀ, ਤੇ ਅਸਲ ਵਿੱਚ ਭਾਈ ਸਾਹਿਬ ਫਿਰ ਥਾਲੀ ਦੇ ਵਿੱਚ ਕੜਾਹ ਪ੍ਰਸ਼ਾਦ ਪਾ ਕੇ ਨਾ, ਕੱਲੇ ਕੱਲੇ ਕਮਰੇ ਦੇ ਵਿੱਚ ਕੱਲੇ ਕੱਲੇ ਜੀ ਤੱਕ ਪਹੁੰਚਣਗੇ। ਜੇ ਬਾਣੀ ਨਹੀਂ ਸੁਣਨੀ ਤੇ ਪ੍ਰਸ਼ਾਦ ਹੀ ਛਕ ਲਓ। ਵੀ 3 ਦਿਨ ਬੰਦਾ ਟੀਵੀ ਵੇਖਦਾ ਰਹਿੰਦਾ, ਬੰਦਾ ਰਿਸ਼ਤੇਦਾਰਾਂ ਨੂੰ ਅਟੈਂਡ ਕਰਦਾ ਰਹਿੰਦਾ। ਸਾਡੇ ਸਾਹਮਣੇ ਗੁਰੂ ਸਾਹਿਬ ਆ ਜਾਣ, ਤੁਸੀਂ ਵੇਖੋ ਬਾਬਾ ਬੁੱਢਾ ਜੀ ਤੇ ਅਸੀਂ ਜੀਵਨ ਵਿਚਾਰ ਰਹੇ ਹਾਂ,
ਤੇ ਜੇ ਬਾਬਾ ਬੁੱਢਾ ਜੀ ਸਾਡੇ ਤਰ੍ਹਾਂ ਕਰਦੇ, ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਵੀ ਮੇਰਾ ਆਵਾਗਮਨ ਕੱਟ ਦਿਓ, ਮੈਨੂੰ ਮੌਤ ਤੋਂ ਡਰ ਲੱਗਦਾ, ਉਪਦੇਸ਼ ਦਿਓ, ਤੇ ਸਾਡੇ ਤਰ੍ਹਾਂ ਜਿਵੇਂ ਪ੍ਰਕਾਸ਼ ਕਰਾ ਕੇ ਕਹਿੰਦੇ ਵੀ ਤੁਸੀਂ 48 ਘੰਟੇ ਬੋਲਦੇ ਹੀ ਰਹਿਣਾ, ਤੁਸੀਂ ਨਹੀਂ ਚੁੱਪ ਕਰਨਾ, ਕਿਉਂਕਿ ਮੈਂ ਤੁਹਾਡੇ ਕੋਲ ਫਰਿਆਦ ਕੀਤੀ ਹੈ, ਅਰਦਾਸ ਕਰ ਦਿੱਤੀ ਹੈ, ਤੇ ਹੁਣ ਜਦੋਂ ਮੇਰਾ ਦਿਲ ਕਰੇਗਾ ਨਾ ਆ ਕੇ ਮੈਂ ਤੁਹਾਡੀ ਗੱਲ ਸੁਣ ਲਾਂਗਾ। ਕਿ ਉਹ ਇਸ ਪਦਵੀ ਤੇ ਪਹੁੰਚ ਜਾਂਦੇ, ਜਾਂ ਕੋਈ ਵੀ ਸਿੱਖ ਪਹੁੰਚ ਜਾਂਦਾ। ਤੇ ਮੈਨੂੰ ਮਾਫ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਅਸੀਂ ਇਸੇ ਤਰ੍ਹਾਂ ਹੀ ਕਰ ਰਹੇ ਹਾਂ। ਸਾਡਾ ਬੱਚਾ ਵੀ ਨਾਰਾਜ਼ ਹੋ ਜਾਏਗਾ ਜੇ ਅਸੀਂ ਕਹੀਏ ਵੀ ਨਾਨ ਸਟਾਪ 24 ਘੰਟੇ ਬੋਲਦਾ ਰਹਿ, ਜਦੋਂ ਦਿਲ ਕਰੇਗਾ ਤੈਨੂੰ ਸੁਣ ਲਾਂਗੇ। ਆਮ ਬੰਦਾ ਵੀ ਇਗਨੋਰ, ਹਾਲਾਂਕਿ ਸਾਨੂੰ ਰਿਸ਼ਤੇਦਾਰਾਂ ਦਾ ਕਿੰਨਾ ਫਿਕਰ ਹੁੰਦਾ। ਤੇ ਗੁਰੂ ਸਾਹਿਬ ਜੀ ਦੇ ਨਾਲ ਅਸੀਂ ਇਸੇ ਤਰ੍ਹਾਂ ਕਰਨੇ, ਇਹ ਵੀ ਭੁਲੇਖਾ ਸਾਡੇ ਮਨ ਦੇ ਅੰਦਰ। ਇਸ ਕਰਕੇ ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਉਪਜਿਓ ਭਾਓ, ਉਸ ਨੂੰ ਸੁੱਖ ਨਾ ਉਪਜੈ, ਭਾਵੇਂ 100 ਗੇੜਾ ਆ ਜਾਓ, ਭਾਵੇਂ 100 ਗੇੜਾ ਬੰਦਾ ਆਂਦਾ ਜਾਂਦਾ ਰਹੇ। ਇਹਦੇ ਨਾਲ ਕਾਰਨ ਕੀ ਵਾਪਰਿਆ? ਅੱਜ ਜਦੋਂ ਤੁਸੀਂ ਮਾਫ ਕਰਨਾ ਕਿਸੇ ਵੀ ਹੋਰ ਧਰਮ ਦੇ ਬੰਦੇ ਨਾਲ ਗੱਲ ਕਰੋ ਨਾ, ਜਿਹੜੇ ਰੈਗੂਲਰ ਆਉਣ ਵਾਲੇ ਨੇ, ਤੇ ਉਹਨਾਂ ਨੂੰ ਤੁਸੀਂ ਕਿਸੇ ਕ੍ਰਿਸਚੀਅਨਸ ਦੇ ਨਾਲ ਵਾਹ ਪੈਂਦਾ ਹੋਵੇ ਤੁਹਾਡਾ, ਜਾਂ ਕਿਸੇ ਮੁਸਲਮਾਨ ਵੀਰ ਦੇ ਨਾਲ, ਉਹਨਾਂ ਨੂੰ ਕੁਝ ਥਿਊਰੀਆਂ ਆਪਣੀਆਂ ਹੱਥਾਂ ਤੇ ਰੱਟੀਆਂ ਹੁੰਦੀਆਂ ਵੀ ਮੌਤ ਤੋਂ ਬਾਅਦ ਕੀ ਕਨਸੈਪਟ ਹੈ, ਰੱਬ ਦਾ ਕੀ ਕਨਸੈਪਟ ਹੈ, ਜਾਂ ਸਾਰੇ ਕਨਸੈਪਟ ਉਹਨਾਂ ਨੂੰ ਕਲੀਅਰ ਹੁੰਦੇ ਨੇ। ਸਾਡੇ ਬੰਦਿਆਂ ਨੂੰ ਕੇਵਲ ਇਹ ਹੁੰਦਾ ਵੀ ਗੁਰੂ ਸਾਹਿਬ ਨੇ ਕੁਰਬਾਨੀਆਂ ਬੜੀਆਂ ਯਾਦ ਕੀਤੀ, ਕਿਉਂਕਿ ਮੋਟੀ ਗੱਲ ਸੁਣ ਲਈ, ਆਪ ਉਹਨਾਂ ਨੇ ਸਟੱਡੀ ਨਹੀਂ ਕੀਤੀ। ਤੇ ਉਸ ਤੋਂ ਬਾਅਦ ਜੇ ਵੇਖਿਆ ਜਾਏ, ਇੱਥੇ ਹਰ ਕਨਸੈਪਟ ਤੇ ਗੁਰੂ ਸਾਹਿਬ ਦੇ ਥਾਟ ਵੱਖਰੇ ਨੇ। ਕਨਸੈਪਟ ਆਫ ਗਾਡ ਵੱਖਰਾ ਹੈ, ਕਨਸੈਪਟ ਆਫ ਸੋਲ ਵੱਖਰਾ ਹੈ, ਓਵਰਆਲ ਹੋਲ ਲਾਈਫ ਨੂੰ। ਇਹਦਾ ਮਤਲਬ ਜਿਹੜੀ ਅਸੀਂ ਆਤਮਾ ਦੀ ਗੱਲ ਕੀਤੀ, ਪੂਰੀ ਲਾਈਫ ਦੀ ਜਿਹੜੀ એનર્ਜੀ ਫੋਰਸ ਇੱਥੇ ਹੀ ਹੈ, ਉਹਨੂੰ ਹੀ ਅਸੀਂ ਅਸਲ ਦੇ ਵਿੱਚ ਗੁਰੂ ਸਾਹਿਬ ਨੇ ਆਤਮਾ ਦਾ ਜਿਹੜਾ ਨਾਂ ਦਿੱਤਾ ਹੈ। ਤੇ ਇਸੇ ਤਰ੍ਹਾਂ ਫਿਰ ਉਹਦਾ ਮਿਲਾਪ ਕਿਵੇਂ ਹੋਏਗਾ, ਫਿਰ ਫਿਜ਼ੀਕਲੀ ਕੀ ਹੈ, ਮੈਂਟਲੀ ਕੀ ਉਪਦੇਸ਼ ਹੈ, ਸਪਿਰਿਚੁਅਲੀ ਗੁਰੂ ਸਾਹਿਬ ਜੀ ਦਾ ਪੋਲੀਟੀਕਲੀ ਕੀ ਆਈਡੀਆਜ਼ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਧਾਰਮਿਕ ਇੰਟਰਫੇਥ ਹਾਰਮਨੀ ਦੇ ਲਈ ਕੀ ਕੁਝ ਕਿਹਾ ਬਾਣੀ ਦੇ ਅੰਦਰ, ਤੇ ਫਿਰ ਬੰਦੇ ਦਾ ਇਕਨੋਮਿਕ ਢਾਂਚਾ, ਇਹ ਟੋਟਲ ਮਿਲਾ ਕੇ 10-12 ਟੌਪਿਕ ਬਣਦੇ ਨੇ। ਜਿੱਥੇ ਗੁਰੂ ਸਾਹਿਬ ਜੀ ਦੀ ਆਈਡੀਓਲੋਜੀ ਦੀ ਜਦੋਂ ਗੱਲ ਕਰੀਏ ਤੇ ਸਾਨੂੰ ਹਰ ਥਾਂ ਤੇ ਭੁਲੇਖੇ ਨੇ। ਤੇ ਇਸ ਕਰਕੇ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਜਿਹੜਾ ਅੱਜ ਦਾ ਹੁਕਮਨਾਮਾ ਵੀ ਹੈ ਨਾ, ਮਾਧਵੇ ਕਿਆ ਕਹੀਆ ਭਰਮ ਐਸਾ, ਵੀ ਜਿਹੜਾ ਭਰਮ ਹੈ ਨਾ ਉਹ ਇਹੋ ਜਿਹਾ ਜੈਸਾ ਮਾਨੀਆ, ਜਿਹੜਾ ਅਸੀਂ ਧਾਰਨਾ ਬਣਾਈ ਹੋਈ ਹੈ ਉਹ ਹੈ ਨਹੀਂ ਐਕਚੁਅਲ ਦੇ ਵਿੱਚ। ਤੇ ਇਸ ਦੇ ਵਿੱਚ ਜ਼ਿਕਰ ਕੀਤਾ ਹੈ, ਜਬ ਹਮ ਹੋਤੇ, ਆਰੰਭਤਾ ਕੀਤੀ ਬਾਣੀ ਭਗਤ ਰਵਿਦਾਸ ਜੀ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਸੱਚੇ ਗੁਰੂ ਦੀ ਕਿਰਪਾ ਨਾਲ ਮਿਲਾਪ ਹੁੰਦਾ ਹੈ। ਜਬ ਹਮ ਹੋਤੇ, ਜਦੋਂ ਮੈਂ ਆ, ਕਿਉਂਕਿ ਧਰਮ ਜਿਹੜਾ ਟੋਟਲੀ ਰਿਫਾਰਮੇਸ਼ਨ ਹੈ, ਬੰਦੇ ਦੀ ਪਰਸਨੈਲਿਟੀ ਟੋਟਲੀ ਬਦਲਦੀ ਹੈ। ਜੋ ਸਾਡੇ ਚ ਅੱਜ ਵੈਸੇ ਹਾਰਡਵੇਅਰ ਤੇ ਨਹੀਂ ਬਦਲਣਾ, ਜਿਹੜੀਆਂ ਐਪਲੀਕੇਸ਼ਨਸ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਅਗਿਆਨਤਾ ਜਿਹੜੀਆਂ ਰਨ ਹੋ ਰਹੀਆਂ, ਇਹ ਤੇ ਟੋਟਲੀ ਫਾਰਮੈਟ ਵੱਜਣਾ। ਤੇ ਫਾਰਮੈਟ ਵੱਜ ਕੇ ਨਵੀਆਂ ਐਪਲੀਕੇਸ਼ਨਸ ਡਾਊਨਲੋਡ ਹੋਣੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਜਿਹੜੇ ਸਿਧਾਂਤ। ਤੇ ਜਦੋਂ ਤੱਕ ਉਹ ਨਹੀਂ ਹਨ ਤੇ ਅਸਲ ਦੇ ਵਿੱਚ ਉਦੋਂ ਤੱਕ ਤਬ ਤੂੰ ਨਹੀਂ, ਉਦੋਂ ਰੱਬ ਦੇ ਨਾਲ ਮਿਲਾਪ ਵਾਲੀ ਅਵਸਥਾ ਸਾਡੀ ਗਾਇਬ ਹੈ। ਉਦੋਂ ਸਾਡੀ ਅਸੀਂ ਜਿਹੜਾ ਕੁਝ ਐਕਟੀਵੇਟ ਹੋ ਰਿਹਾ, ਕੁਝ ਹੋਰ ਹੋ ਰਿਹਾ ਹੈ। ਇਸ ਕਰਕੇ ਇੱਥੇ ਜ਼ਿਕਰ ਕੀਤਾ ਜਬ ਹਮ ਹੋਤੇ, ਜਦੋਂ ਤੱਕ ਮੇਰਾ ਆਪਾ ਹੈ, ਇਹ ਸਾਰੇ ਸੰਸਕਾਰ ਨੇ, ਮੇਰੀਆਂ ਹੈਬਿਟਸ ਨੇ, ਬਿਹੇਵੀਅਰ ਹੈ, ਇਹ ਸਾਰਾ ਕੁਝ ਚੇਂਜ ਹੋਣਾ ਹੈ। ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮੈਂ ਹੀ। ਜਿਵੇਂ ਸਮੁੰਦਰ ਦੇ ਵਿੱਚ ਪਾਣੀ ਦੀਆਂ ਲਹਿਰਾਂ ਹੁੰਦੀਆਂ, ਜਿਹੜਾ ਹਵਾ ਦੇ ਨਾਲ ਉਹ ਵੱਖਰੇ ਦਿਸਦੀਆਂ ਨੇ, ਪਰ ਉਹ ਪਾਣੀ ਦਾ ਰੂਪ ਹੀ ਹੁੰਦੀਆਂ ਨੇ। ਇਸ ਤਰ੍ਹਾਂ ਭਗਤ ਰਵਿਦਾਸ ਜੀ ਨੇ ਕਿਹਾ, ਹੇ ਇਨਸਾਨ, ਅਸਲ ਦੇ ਵਿੱਚ ਤੂੰ ਉਸ ਇੱਕ ਦਾ ਹੀ ਰੂਪ ਹੈ, ਵਨਨੈਸ ਨੂੰ ਤੂੰ ਜੀਵਨ ਦੇ ਵਿੱਚ ਅਚੀਵ ਕਰਨਾ ਹੈ। ਤੇ ਜ਼ਿਕਰ ਕੀਤਾ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਰਾਜਾ ਸਿੰਘਾਸਨ ਤੇ ਸੌਂ ਗਿਆ ਤੇ ਭਿਖਾਰੀ ਬਣ ਗਿਆ। ਅਸੀਂ ਵੀ ਭਿਖਾਰੀ ਬਣ ਗਏ ਹਾਂ। ਅਸੀਂ ਪੁੱਛਦੇ ਫਿਰਨੇ ਆ ਵੀ ਨਾਮ ਕਿੱਥੋਂ ਮਿਲੇਗਾ ਜੀ, ਇਹ ਅਨਹਦ ਨਾਦ ਕਿਵੇਂ ਚੱਲੇਗਾ, ਤੇ ਹੋਰ ਜਿਹੜੀਆਂ ਗੱਲਾਂ ਅਸੀਂ ਜਿਹੜੀਆਂ ਦੂਸਰਿਆਂ ਕੋਲੋਂ ਪੁੱਛਦੇ ਫਿਰਨੇ ਆ। ਤੇ ਇਸ ਕਰਕੇ ਅਧਿਆਤਮਕ ਤੌਰ ਤੇ ਅਸੀਂ ਭਿਖਾਰੀਆਂ ਵਾਲਾ ਜਿਹੜਾ ਰੋਲ ਪਲੇ ਕਰ ਰਹੇ ਹਾਂ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਅਛਤ ਰਾਜ, ਗੁਰੂ ਸਾਹਿਬ ਨੇ ਤੇ ਰਾਜ ਸਿੰਘਾਸਨ ਦਿੱਤਾ ਸੀ, ਤੇ ਰਾਜਿਆਂ ਦੀ ਤਰ੍ਹਾਂ ਥਾਲ ਵਿੱਚ 3 ਵਸਤੂ ਪਈਓ, 7 ਸੰਤੋਖ ਵਿਚਾਰੋ। ਇਹ ਭੋਜਨ ਦਾ ਥਾਲ ਸਾਡੇ ਸਾਹਮਣੇ ਪਰੋਸਿਆ ਗਿਆ ਸੀ। ਵਿਚਰਤ ਦੁੱਖ ਪਾਇਆ, ਸੋ ਗਤ ਪਈ ਹਮਾਰੀ, ਉਹ ਸਾਡੀ ਅਵਸਥਾ ਬਣ ਗਈ ਹੈ। ਰਾਜ ਭਯੰਗ ਪ੍ਰਸੰਗ ਜੈਸੇ ਹੈ, ਜਿਵੇਂ ਰੱਸੀ ਨੂੰ ਵੇਖ ਕੇ ਬੰਦਾ ਸੱਪ ਸਮਝ ਲੈ, ਉਹਦੀ ਜਿਹੜੀ ਗਤੀ ਰੁਕ ਜਾਂਦੀ, ਵਿਕਾਸ ਰੁਕ ਜਾਂਦਾ ਹੈ। ਇਸੇ ਤਰ੍ਹਾਂ ਰਸ ਨੂੰ
ਜਿਹੜਾ ਰੱਸੀ ਨੂੰ ਸੱਪ ਸਮਝ ਲਏ ਉਹ ਅਸਲ ਵਿੱਚ ਮਾਰਿਆ ਜਾਂਦਾ ਹੈ। ਅਸੀਂ ਮਾਇਆ ਨੂੰ ਸੱਪ ਜਿਹੜਾ ਰੱਸੀ ਸਮਝੀ ਹੋਈ ਹੈ, ਤੇ ਜਿਹੜਾ ਅਧਿਆਤਮਕ ਭਗਤਨ ਤੇ ਡਰਪਾਉ, ਅਸਲ ਦੇ ਵਿੱਚ ਭਗਤਾਂ ਤੋਂ ਜਾਂ ਭਗਤੀ ਵਾਲੇ ਰਾਹ ਤੋਂ ਸਾਨੂੰ ਡਰ ਲੱਗਦਾ ਹੈ। ਇਸ ਕਰਕੇ ਅਸੀਂ ਆਪ ਜਿਹੜਾ ਅੰਦਰੋਂ ਵਿਕਾਸ ਚਾਹੀਦਾ ਸੀ ਉਹ ਕਰਨਾ ਛੱਡ ਦਿੱਤਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿ ਰਹੇ ਨੇ, ਅਬ ਕਿਛ ਮਰਮ ਜਨਾਇਆ, ਹੁਣ ਮੈਨੂੰ ਇਹ ਪਤਾ ਲੱਗਦਾ, ਅਨੇਕ ਕਟਕ ਜੈਸੇ ਭੂਲ ਪਰੇ, ਅਬ ਕਹਿਤੇ ਕਹਿਣ ਨਾ ਆਇਆ। ਤੇ ਇੱਥੇ ਭਗਤ ਰਵਿਦਾਸ ਜੀ ਕਹਿੰਦੇ ਨੇ, ਜਿਵੇਂ ਅਸਲ ਦੇ ਵਿੱਚ ਸੋਨਾ ਤੇ ਸੋਨੇ ਦੇ ਗਹਿਣੇ ਜਿਹੜੇ ਬਾਹਰੋਂ ਵੱਖ ਲੱਗਦੇ ਨੇ, ਪਰ ਜਦੋਂ ਉਹ ਸਾਰੇ ਮਿਲ ਜਾਣ ਤਾਂ ਉਹ ਇੱਕ ਹੀ ਹੋ ਜਾਂਦੇ ਨੇ। ਤੇ ਜਦੋਂ ਇਹ ਸਾਰੇ ਭਰਮ ਭੁਲੇਖੇ ਖਤਮ ਹੋ ਗਏ, ਫਿਰ ਸਾਨੂੰ ਕੀ ਲੱਗੇਗਾ, ਸਰਬੈ ਏਕ ਅਨੇਕਾ ਸੁਆਮੀ, ਸਭ ਘਟ ਭੁਗਵੈ ਸੋਈ, ਕਹਿ ਰਵਿਦਾਸ ਹਾਥ ਪੈ ਨੇਰਾ, ਸਹਿਜੇ ਹੋਈ ਸੋ ਹੋਈ। ਫਿਰ ਸਾਰੀ ਹਿਊਮੈਨਿਟੀ ਦੇ ਵਿੱਚ ਅੱਜ ਜਿਵੇਂ ਰੱਬ ਦੇ ਭਗਤ ਜਾਂ ਕੋਈ ਸਪਿਰਿਚੁਅਲ ਲੋਕ ਨੇ ਵੀ ਕੀ ਕਰਨਾ ਚਾਹੀਦਾ, ਤੇ ਫਿਰ ਸਾਰੀ ਹਿਊਮੈਨਿਟੀ ਲਈ ਕੰਮ ਕਰਨਾ ਬੰਦਾ ਸ਼ੁਰੂ ਕਰ ਦੇਗਾ। ਤੇ ਇੰਨੇ ਜ਼ਿਆਦਾ ਕੰਮ ਨੇ ਨਾ, ਅਸਲ ਦੇ ਵਿੱਚ ਗੁਰੂ ਸਾਹਿਬ ਜੀ ਨੇ ਇੱਕ ਥਾਂ ਤੇ ਬਹਿ ਕੇ ਜਿਵੇਂ ਜੋਗੀ ਲੋਕ ਮੈਡੀਟੇਟ ਕਰਦੇ ਸੀ ਕਿਸੇ ਭੋਰੇ ਦੇ ਵਿੱਚ, ਉਸ ਤਰ੍ਹਾਂ ਨਹੀਂ ਕੀਤਾ। ਸੁਸਾਇਟੀ ਦੇ ਵਿੱਚ ਕਿਧਰੇ ਜਾਤ ਪਾਤ ਹੈ, ਊਚ ਨੀਚ, ਅਮੀਰ ਗਰੀਬ ਨੇ, ਪੋਲੀਟੀਕਲੀ ਡਿਸਟਰਬੈਂਸ ਹੈ, ਹਰ ਮੁੱਦੇ ਤੇ ਪਹਿਲੇ ਜਾਮੇ ਤੋਂ ਲੈ ਕੇ 10 ਜਾਮਿਆਂ ਰਾਹੀਂ ਪੂਰਾ ਜ਼ੋਰ ਲਾ ਦਿੱਤਾ। ਉਹ ਇਸ ਗੱਲ ਤੇ ਕਿ ਬੰਦਾ ਇੱਕ ਅਦ੍ਰਿਸ਼ ਰੱਬ ਨੂੰ ਕਿਸੇ ਹੋਰ ਥਾਂ ਤੇ ਵੇਖਣਾ ਚਾਹੁੰਦਾ, ਪਰ ਬੰਦਾ ਬੰਦੇ ਦਾ ਵੈਰੀ ਬਣਿਆ ਹੋਇਆ, ਤੇ ਉਹ ਪੋਲੀਟੀਕਲੀ ਵੀ ਬਣਿਆ ਹੋਇਆ। ਜਦੋਂ ਲੋਭ ਆਂਦਾ ਉਦੋਂ ਵੀ ਲੁੱਟਦਾ, ਜਦੋਂ ਕਾਮ ਆਂਦਾ ਉਦੋਂ ਵੀ ਲੁੱਟਦਾ ਹੈ, ਐਕਸਪਲੋਇਟ ਕਰਦਾ ਕਿਸੇ ਨੂੰ। ਜਦੋਂ ਕ੍ਰੋਧ ਹੁੰਦਾ ਉਦੋਂ ਵੀ ਵਾਇਲੈਂਸ ਦੇ ਵਿੱਚ। ਬੰਦਾ ਬੰਦੇ ਨੂੰ ਨਹੀਂ ਮਿਲਣਾ ਚਾਹੁੰਦਾ, ਸਿੱਧਾ ਰੱਬ ਨੂੰ ਮਿਲਣਾ ਚਾਹੁੰਦਾ ਹੈ। ਤੇ ਗੁਰੂ ਸਾਹਿਬ ਜੀ ਜਦੋਂ ਬਾਰ-ਬਾਰ ਕਹਿੰਦੇ ਨੇ ਵੀ ਰੱਬ ਇੱਥੇ ਹੀ ਹੈ, ਬੰਦਿਆਂ 'ਚ ਹੀ ਵਸਦਾ ਹੈ, ਸਾਰੇ ਘਟਾਂ 'ਚ, ਤੇ ਉਹ ਸਾਨੂੰ ਇੱਕ ਦੂਜੇ ਦੇ ਨਾਲ ਜੋੜ ਰਹੇ ਨੇ ਵੀ ਸਾਰੇ ਦੁਨੀਆ ਦੇ ਲੜਾਈ ਝਗੜੇ ਖਤਮ ਕਰਕੇ ਹਿਊਮੈਨਿਟੀ ਦੇ ਉੱਤੇ ਕੰਸਨਟਰੇਟ ਕੀਤਾ ਜਾਏ। ਜਦੋਂ ਅਸੀਂ ਚੰਗੇ ਇਨਸਾਨ ਬਣ ਜਾਾਂਗੇ, ਧਰਤੀ ਹੀ ਸਵਰਗ ਬਣ ਜਾਏਗੀ। ਸਾਡੀ ਇਗਨੋਰੈਂਸ ਤੋਂ, ਅਗਿਆਨਤਾ ਤੋਂ ਮੁਕਤੀ ਇੱਥੇ ਹੀ ਹਾਸਲ ਹੋ ਜਾਏਗੀ। ਸਾਡਾ ਰੱਬ ਜਿਹੜਾ ਸਾਰੀ ਮਨੁੱਖਤਾ 'ਚ ਵੀ ਇੱਥੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਾਰੇ, ਇੱਥੇ ਹੀ ਰੱਬ ਨੂੰ ਪਲ ਪਲ ਅਸੀਂ ਇੰਜੋਏ ਕਰ ਸਕਾਂਗੇ। ਸਦਾ ਅੰਗ ਸੰਗੇ ਭੰਗੰਗ ਵਿਭੂਤੇ, ਜਾਂ ਬਾਬਾ ਰਵਿਦਾਸ ਜੀ ਜੋ ਕਹਿ ਰਹੇ ਨੇ ਵੀ ਉਹ ਅਸਲ ਦੇ ਵਿੱਚ ਸਾਰਿਆਂ ਦੇ ਵਿੱਚ ਸਰਬੈ ਏਕ ਅਨੇਕਾ ਸੁਆਮੀ, ਸਗ ਘਟ ਭੁਗਵੈ ਸੋਈ, ਕਹਿ ਰਵਿਦਾਸ ਹੱਥ ਪੈ ਨੇਰਾ, ਸਹਿਜੇ ਹੋਈ ਸੋ ਹੋਈ। ਬੰਦਾ ਬੰਦੇ ਦਾ ਦਾਰੂ ਬਣ ਜਾਏਗਾ। ਗੁਰੂ ਸਾਹਿਬ ਜੀ ਨੇ ਕਿਸੇ ਨੂੰ ਇਹ ਨਹੀਂ ਕਿਹਾ ਵੀ ਤੇਰੀ ਹੁਣ ਰੱਬ ਆ ਕੇ ਅਸਮਾਨ ਤੋਂ ਹੈਲਪ ਕਰੇਗਾ। ਜੇ ਕਿਧਰੇ ਤੁਸੀਂ ਵੇਖੋ ਪੋਲੀਟੀਕਲੀ ਸਾਨੂੰ ਕਿਰਪਾਨ ਦਿੱਤੀ ਵੀ ਬੰਦਿਆ ਤੂੰ ਆਪਣੇ ਅੰਦਰੋਂ ਹੀ ਪ੍ਰਗਟ ਕਰ, ਜੇ ਤੁਹਾਨੂੰ ਇਕਨੋਮਿਕਲੀ ਲੋੜ ਹੈ ਤੁਸੀਂ ਕਿਰਤ ਕਰੋ। ਇਹ ਸਾਰੀਆਂ ਗੱਲਾਂ ਇੱਥੇ ਸਿਖਾਈਆਂ ਤਾਂ ਕਿ ਬੰਦਾ ਬੰਦੇ ਦੇ ਵਿੱਚੋਂ ਰੱਬ ਵੇਖ ਕੇ ਧਰਤੀ ਤੇ ਹੀ ਰੱਬ ਹੋਣ ਦਾ ਅਹਿਸਾਸ ਪੈਦਾ ਕਰ ਸਕੇ। ਗਲਤੀਆਂ ਭੁੱਲਾਂ ਦੀ ਖਿਮਾ ਕਰਦੇ ਹੋਏ ਫਤਿਹ ਦੀ ਸਾਂਝ ਕਰੋ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਬ੍ਰਹਮ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ